ਜਦੋਂ ਕੋਈ ਔਖੇ ਸਮੇਂ ਨੂੰ ਕੱਢ ਕੇ ਫਿਰ ਅਗਾਂਹ ਨਿੱਤਰਦਾ ਹੈ, ਉਹ ਆਮ ਤੌਰ 'ਤੇ ਉਹੀ ਮਜ਼ਬੂਤ ਸ਼ਖਸੀਅਤ ਬਣ ਸਕਦਾ ਹੈ। ਤੁਸੀਂ ਜ਼ਿਕਰ ਕੀਤਾ ਨਾਨਾ ਜੀ ਦਾ, ਪ੍ਰੋਫੈਸਰ ਸਾਹਿਬ ਸਿੰਘ ਜੀ ਦਾ, ਅਤੇ ਗੱਲ ਕਰ ਰਹੇ ਹੋ ਕਿ ਪਿਛੋਕੜ ਤਗੜਾ ਹੋਣਾ ਚਾਹੀਦਾ। ਤਾਂ ਮੈਂ ਦੱਸ ਦਿਆਂ ਕਿ ਜਿਸ ਤਰੀਕੇ ਦੀ ਗਰੀਬੀ ਹੰਢਾਈ ਹੈ ਉਹਨਾਂ ਨੇ, ਅਣਖ ਮਾਰ ਦਿੰਦੀ ਹੈ ਗਰੀਬੀ ਲੋਕਾਂ ਦੀ। ਕਿਵੇਂ ਨੰਗੇ ਪੈਰੀਂ ਜਾਣਾ ਪਿਆ ਸੀ, ਕਿਵੇਂ ਛਾਲੇ ਪਏ ਸਨ, ਅਤੇ ਰੱਜੇ ਪੁੱਜੇ ਲੋਕਾਂ ਨੇ ਕੋਈ ਆਨਾ ਧੇਲਾ ਵੀ ਨਹੀਂ ਸੀ ਦਿੱਤਾ ਅਤੇ ਕੁਝ ਵੀ ਨਹੀਂ ਸੀ, ਕਰਜ਼ਈ ਸਨ। ਅਤੇ ਕਿਵੇਂ ਆਪਣੇ ਘਰ ਦੀ ਜੋ ਕੂੜਾ ਚੁੱਕਣ ਵਾਲੀ ਮਾਈ ਤੋਂ ਉਹਨਾਂ ਨੇ, ਉਸ ਬੀਬੀ ਤੋਂ 2 ਰੁਪਏ ਲਏ ਸੀ ਉਧਾਰੇ, ਅਤੇ ਜੁੱਤੀ ਟੁੱਟੀ ਪਈ ਸੀ, 14 ਮੀਲ ਦਾ ਪੈਂਡਾ ਅਤੇ ਭਰ ਦੁਪਹਿਰ ਜਾਣਾ। ਉਹ ਫਿਰ ਗੁਰੂ ਦੇ ਲੜ ਲੱਗਿਆ ਹੀ ਤੁਰਿਆ ਰਹਿੰਦਾ। ਉਹਦੀ ਮੌਜ ਵੱਖਰੀ ਹੋ ਜਾਂਦੀ ਹੈ ਕਿ ਮੈਂ ਹੁਣ ਇੱਕ ਰਾਹ ਲੱਭਿਆ, ਮੈਂ ਉਸੀ ਰਾਹ ਤੁਰਨਾ। ਅਤੇ ਇਹੋ ਜਿਹੀ ਗਰੀਬੀ ਦੇ ਵਿੱਚੋਂ ਨਿਕਲਿਆ ਉਹ ਮੈਂ ਹੀਰਾ ਹੀ ਕਹਿਣਾ ਚਾਹੁੰਦੀ ਹਾਂ, ਕਿਉਂਕਿ ਉਹ ਮੇਰੇ ਕਹਾਂਗੀ ਨਾਨਾ ਜੀ ਤਾਂ ਮਾੜੀ ਗੱਲ ਹੋਏਗੀ, ਅਤੇ ਕੌਮ ਦੇ ਸਨ। ਕਿਵੇਂ ਸਾਰਾ ਕੁਝ ਉਹਨਾਂ ਦਾ ਸੰਘਰਸ਼ ਸੀ ਲਿਖਦਿਆਂ, ਕਿਵੇਂ ਅਖੀਰੀ ਸਾਹ ਤੱਕ ਉਹ ਡਟੇ ਰਹੇ। ਅਤੇ ਫਿਰ ਉਹ ਜੋ ਕੋਸ਼ ਤਿਆਰ ਕੀਤੇ 10 ਪੋਥੀਆਂ ਦੇ ਵਿੱਚ, ਕਿਵੇਂ ਉਸ ਸਮੇਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਹਿ ਦਿੱਤਾ ਗਿਆ ਕਿ ਰੱਦੀ ਹੈ। ਪਰ ਤੁਰ ਜਾਣ ਬਾਅਦ ਵੀ ਉਹਨਾਂ ਦਾ ਜੋ ਸਾਡਾ ਉੱਥੇ ਇਤਿਹਾਸ ਦੇ ਵਿੱਚ ਸਾਰਿਆਂ ਦਾ ਜੋ ਨਾਮ ਜ਼ਿਕਰ ਸੀ, ਵੱਡੇ ਵੱਡੇ ਸਾਡੇ ਸਿੱਖ ਇਤਿਹਾਸਕਾਰਾਂ ਦਾ, ਉਹਨਾਂ ਦੇ ਵਿੱਚ ਇਹਨਾਂ ਦੀ ਤਸਵੀਰ ਤੱਕ ਵੀ ਨਹੀਂ ਸੀ ਲਾਈ ਗਈ, ਜੋ ਕਿ ਬਾਅਦ ਵਿੱਚ ਵੱਡੀ ਗਿਣਤੀ ਆ ਕੇ ਸਿੱਖਾਂ ਨੇ ਹੀ, ਜੋ ਕਿ ਵਤਨੋਂ ਪਾਰ ਤੋਂ ਵੀ, ਇੱਥੋਂ ਵੀ, ਉਹਨਾਂ ਦੇ ਸੰਘਰਸ਼ ਸਦਕਾ ਹੀ ਉਹਨਾਂ ਦੀ ਤਸਵੀਰ ਸਿੱਖ ਅਜਾਇਬ ਘਰ 'ਚ ਲੱਗੀ, ਵਰਨਾ ਤਸਵੀਰ ਤੱਕ ਵੀ ਲਾਉਣ ਤੋਂ ਇਨਕਾਰੀ ਸਨ। ਪ੍ਰੋਫੈਸਰ ਸਾਹਿਬ ਸਿੰਘ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਸ਼ਖਸੀਅਤ ਸੀ। ਜਿਹੜੇ ਲੋਕ ਉਹਨਾਂ ਦੇ ਕੋਲ ਬੈਠਿਆ ਕਰਦੇ ਸੀ, ਪ੍ਰੇਰਨਾ ਲਿਆ ਕਰਦੇ ਸੀ, ਉਹਨਾਂ ਦੀ ਜ਼ਿੰਦਗੀ ਬਦਲ ਰਹੀ ਸੀ। ਕਦੇ ਇਸ ਤਰ੍ਹਾਂ ਦਾ ਸਮਾਂ ਵੀ ਵਾਪਰਿਆ ਕਿ ਉਹਨਾਂ ਦੇ ਕੁਝ ਸ਼ਬਦਾਂ ਨੇ ਜਾਂ ਕੁਝ ਸਿੱਖਿਆਵਾਂ ਨੇ ਤੁਹਾਡੀ ਜ਼ਿੰਦਗੀ ਬਦਲੀ ਹੋਵੇ? ਇੰਨੀ ਸਖਤ ਤਾਕੀਦ ਸੀ ਕਿ ਚੁੱਪ ਰਹਿਣਾ, ਅਤੇ ਮੈਂ ਬਿਲਕੁਲ ਚੁੱਪ ਕਰਕੇ ਵੀ ਹਾਂ ਹੁਣ ਇਹ ਬੁਲਾਉਣਗੇ। ਜਾ ਕੇ ਅੰਦਰ ਗਏ ਅਤੇ ਮੈਂ ਦੇਖਿਆ ਉਹ ਕਮਰੇ 'ਚ ਬੈਠੇ ਲਿਖ ਰਹੇ ਸਨ ਕੁਛ, ਅਤੇ ਉੱਥੇ ਪਰਦੇ ਦੇ ਪਿੱਛੋਂ ਮੈਂ ਕਈ ਘੰਟਾ 2 ਘੰਟੇ ਖੜੀ ਰਹੀ ਹੋਊਂਗੀ, ਝਾਕਦੀ ਵੀ, ਹੁਣ ਵੀ ਸਿਰ ਚੁੱਕਣ ਅਤੇ ਮੈਂ ਦੱਸਾਂ ਵੀ ਮੈਂ ਆਈ ਹਾਂ। ਜਿਵੇਂ ਬੱਚੇ ਨੂੰ ਚਾਅ ਹੁੰਦਾ, ਉਹ ਹੁਣ ਉਹਨਾਂ ਨੇ ਸਿਰ ਹੀ ਨਹੀਂ ਚੁੱਕਿਆ, ਅਤੇ ਮੈਨੂੰ ਫਿਰ ਜਿਵੇਂ ਹੁਣ ਬੱਚਾ ਹੀ ਸੀ ਨਾ, ਖਿਝ ਜਾਂਦਾ ਵੀ ਕੀ ਹੈ, ਇੰਨਾ ਵੀ ਕੀ ਕੰਮ ਕਰ ਸਕਦਾ, ਕੋਈ ਦੇਖੇ ਹੀ ਨਾ। ਅਤੇ ਮੈਨੂੰ ਰਾਤ ਨੂੰ ਬੜਾ ਗੁੱਸਾ ਆਇਆ ਕਿ ਜਿਵੇਂ ਹੁਣ ਬੱਚਾ ਜ਼ਿੱਦ 'ਚ ਹੁੰਦਾ ਕਿ ਇੰਨੇ ਗੰਦੇ ਨਾਨਾ ਜੀ, ਮੈਂ ਤਾਂ ਨਹੀਂ ਦੁਬਾਰਾ ਆਉਣਾ, ਮੈਨੂੰ ਬੁਲਾਇਆ ਹੀ ਨਹੀਂ, ਮੈਂ ਸਾਰਾ ਟਾਈਮ ਪੂਰਾ ਦਿਨ ਬੈਠੀ। ਪਰ ਉਸ ਤੋਂ ਬਾਅਦ ਜੋ ਚੀਜ਼ ਵਾਪਰੀ, ਮੈਂ ਕਿਉਂ ਇਸ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ ਚਿੱਠੀ ਲਿਖੀ ਉਸ ਤੋਂ 15 ਦਿਨ ਬਾਅਦ ਸਾਨੂੰ, ਜੋ ਪੁੱਜੀ, ਜੋ ਮੇਰੇ ਕੋਲ ਹੁਣ ਵੀ ਮੇਰੇ ਕੋਲ ਸਾਂਭੀ ਹੋਈ ਹੈ, ਜੋ ਮੈਂ ਲੋਕ ਹੋਰ ਚੀਜ਼ਾਂ ਰੱਖਦੇ ਹੋਣਗੇ ਬੈਂਕ ਦੇ ਲੋਕਰਾਂ 'ਚ, ਮੇਰੇ ਬੈਂਕ ਦੇ ਲੋਕਰ 'ਚ ਚਿੱਠੀ ਸੰਭਲੀ ਹੋਈ ਹੈ, ਜਿਸ ਵਿੱਚ ਖਿਮਾ ਕਰਿਓ ਮੇਰਾ ਦਿਲ ਭਰ ਜਾਂਦਾ ਜਿੰਨੀ ਵਾਰ ਉਸ ਦੀ ਜ਼ਿਕਰ ਕਰਦੀ ਹਾਂ। ਲਿਖਿਆ ਸੀ, ਇਸ ਤਰ੍ਹਾਂ ਦੀ ਚਿੱਠੀ ਮੈਨੂੰ ਸ਼ਾਇਦ ਉਦੋਂ ਤਾਂ ਨਹੀਂ ਸਮਝ ਆਈ ਹੋਣੀ, ਪਰ ਮੈਨੂੰ ਹੁਣ ਜ਼ਰੂਰ ਉਸਦਾ ਮਾਇਨਾ ਸਮਝ ਆਉਂਦਾ ਕਿ ਉਹਨਾਂ ਦੀ ਜ਼ਿੰਦਗੀ ਸਾਡੇ ਲਈ ਨਹੀਂ ਸੀ, ਉਹ ਜ਼ਿੰਦਗੀ ਕਿਸੇ ਹੋਰ ਚੀਜ਼ ਲਈ ਜੀ ਰਹੇ ਸਨ। ਸੋ ਸਮਰਪਿਤ ਜਦੋਂ ਹੋਣਾ ਕਿਸੇ ਜ਼ਿੰਦਗੀ ਦਾ, ਮੇਰਾ ਖਿਆਲ ਹੈ ਉਸ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਜ਼ਿੰਦਗੀ ਵਿੱਚ ਝਾਤ ਮਾਰ ਕੇ ਸਮਝ ਆ ਜਾਂਦਾ ਕਿ ਕਿਵੇਂ ਦਾ ਰੁੱਖਾਪਨ ਤੁਹਾਨੂੰ ਆਪਣੇ ਦੁਆਲੇ ਚਾੜ੍ਹਨਾ ਹੁੰਦਾ, ਅਤੇ ਫਿਰ ਲੋਕਾਂ ਵੱਲੋਂ ਕਹੇ ਸ਼ਬਦਾਂ ਨੂੰ ਤੁਸੀਂ, ਉਹ ਚੋਭਾਂ ਨੂੰ ਤੁਸੀਂ ਕਿਵੇਂ ਜਰਨਾ ਹੁੰਦਾ।
ਪੰਜਾਬ ਦੇ ਭਾਰਤ ਦੇ ਇਤਿਹਾਸ ਦੇ ਵਿੱਚ ਦੇਖਦੇ ਹਾਂ ਤਾਂ ਜਦੋਂ ਪਰਿਵਾਰਾਂ ਦੇ ਵਿੱਚ ਧੀਆਂ ਪੈਦਾ ਹੁੰਦੀਆਂ ਤਾਂ ਆਮ ਕਰਕੇ ਜਿਹੜੇ ਕੁਝ ਲੋਕ ਹੁੰਦੇ ਉਹਨਾਂ ਦੇ ਮੱਥੇ ਦੇ ਉੱਪਰ ਤਿਉੜੀਆਂ ਵੀ ਪੈ ਜਾਂਦੀਆਂ। ਤੇ ਜਦੋਂ ਤੁਹਾਡਾ ਜਨਮ ਹੋਇਆ ਕਿਸ ਤਰ੍ਹਾਂ ਦਾ ਮਾਹੌਲ ਸੀਗਾ? ਮੇਰੇ ਪਾਪਾ ਜੀ ਨੇ ਨਾਮਕਰਨ ਹੀ ਉਸ ਸਮੇਂ ਕੀਤਾ ਕਿ ਇਹ ਤਾਂ ਤੁਸੀਂ ਅਫਸੋਸ ਕਿਸੇ ਹੋਰ ਥਾਂ ਜਾ ਕੇ ਕਰਿਓ, ਸਾਡੇ ਘਰ ਖੁਸ਼ੀ ਦਾ ਦੇਵਤਾ ਆਇਆ, ਹਰਸ਼ ਇੰਦਰ ਖੁਸ਼ੀ ਦਾ ਦੇਵਤਾ। ਸੋ ਮੇਰਾ ਨਾਮਕਰਨ ਹੀ ਇੰਜ ਹੋਇਆ ਸੀ, ਜਿਹਦੇ 'ਚ ਇੱਕ ਦਿਨ ਪਹਿਲਾਂ 1.5 ਘੰਟਾ ਅੰਦਰ ਜਦੋਂ ਅਜੇ ਅੱਧ ਜਿਉਂਦੇ ਪਏ ਸਨ ਲੋਕ, ਤਾਂ ਡੀਸੀ ਵੀ ਸੀ ਤੇ ਇੰਸਪੈਕਟਰ ਜਨਰਲ ਪੁਲਿਸ ਅੰਦਰ ਖੜਾ ਰਿਹਾ, ਉਹਦੇ ਸਾਹਮਣੇ ਬਲਦੇ ਰਹੇ ਨੇ। ਉਹਨਾਂ ਨੇ ਰੋਕਿਆ ਨਹੀਂ, ਨਾ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਨਾ ਬਾਹਰੋਂ ਕੋਈ ਅੰਦਰ ਆਣ ਦਿੱਤਾ। ਇਹ ਸਭ ਕੁਝ ਵਾਪਰਿਆ। ਤੇ ਫਿਰ ਵੀ ਅਗਲੇ ਦਿਨ ਜੋ ਅਖਬਾਰ 'ਚ ਖਬਰ ਛਪੀ ਕਿ ਗੁੰਡਿਆਂ ਨੇ ਧਾਵਾ ਬੋਲਣਾ ਸੀ, ਹਥਿਆਰਬੰਦ ਗੁੰਡਿਆਂ ਨੇ, ਜਿਸ ਨੂੰ ਕਿ ਮਹੰਤ ਨੇ ਬੜੀ ਸਫਾਈ ਨਾਲ ਬਿਨਾਂ ਕੋਈ ਜਾਨ ਮਾਲੀ ਨੁਕਸਾਨ ਦੇ ਰੋਕ ਲਿਆ। ਅਸੀਂ ਕਿਉਂ ਉਹ ਸਾਰੀਆਂ ਯਾਦਾਂ, ਸਾਰੀਆਂ ਉਹ ਨਿਸ਼ਾਨੀਆਂ ਭੁਲਾ ਰਹੇ ਹਾਂ ਜਿਹੜੀਆਂ ਕਿ ਅੱਜ ਹਿਟਲਰ ਦੇ ਮੈਂ ਆਪ ਵੇਖ ਕੇ ਆਈ ਹਾਂ ਕਿ ਕਿਵੇਂ ਉਹਦੇ ਕੀਤੇ ਤਸ਼ੱਦਦ ਦਾ ਇੱਕ ਇੱਕ ਨਿੱਕੀ ਤੋਂ ਨਿੱਕੀ ਚੀਜ਼ ਸਾਂਭੀ ਹੋਈ ਹੈ, ਤਾਂ ਕਿ ਦੇਖ ਕੇ ਤੁਸੀਂ ਤੌਬਾ ਕਰੋ ਕਿ ਇਹੋ ਜਿਹਾ ਦੁਬਾਰਾ ਨਹੀਂ ਵਾਪਰਨਾ ਚਾਹੀਦਾ। ਉਹਦਾ ਮਤਲਬ ਇਹ ਨਹੀਂ ਹੈ ਕਿ ਇਸ ਤੋਂ ਅਗਲੀ ਪੁਸ਼ਤ ਅੱਤਵਾਦੀ ਪੈਦਾ ਹੋਏਗੀ। ਮਤਲਬ ਹੈ ਕਿ ਜੇ ਇਦਾਂ ਦਾ ਦੁਬਾਰਾ ਹੱਲਾ ਹੋਏ ਤਾਂ ਅਸੀਂ ਪਹਿਲਾਂ ਤਿਆਰ ਹੋਈਏ, ਨਹੀਂ ਹੋਣਾ ਚਾਹੀਦਾ। ਸਿੱਖੀ ਦਾ ਧੁਰਾ ਇੱਕ ਤਰੀਕੇ ਗਿਣਦੇ ਆ ਤੇ ਉਹਦੇ ਆਲੇ ਦੁਆਲੇ ਦੇ 13 ਪਿੰਡ, ਇੱਕ ਅੱਧ ਵੀ ਨਹੀਂ 13 ਪਿੰਡ ਪਿੰਡ ਪੂਰੇ ਦੇ ਪੂਰੇ ਕ੍ਰਿਸਚਨ ਤਬਦੀਲ ਹੋਏ ਨੇ। ਪੰਜਾਬੀ ਵਿਰਾਸਤ USA ਚੈਨਲ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਦੋਸਤੋ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੂੰ ਤੁਹਾਡੇ ਪੇਸ਼ ਕਰਾਂ ਜਿਨ੍ਹਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਅੱਜ ਵੀ ਤੁਹਾਡੇ ਸਨਮੁਖ ਬਹੁਤ ਵੱਡੀ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੋ ਰਿਹਾ ਹਾਂ, ਜਿਨ੍ਹਾਂ ਦਾ ਪਿਛੋਕੜ ਪ੍ਰੋਫੈਸਰ ਭਾਈ ਸਾਹਿਬ ਸਿੰਘ ਜੀ ਦੇ ਨਾਲ ਜੁੜਦਾ ਹੈ, ਜਿਹੜੇ ਕਿ ਸਿੱਖ ਪੰਥ ਦੀ ਸਰਮੌਰ ਹਸਤੀ ਹਨ। ਆਓ ਅਸੀਂ ਡਾਕਟਰ ਹਰਸ਼ਿੰਦਰ ਕੌਰ ਦੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਸਭ ਤੋਂ ਪਹਿਲਾਂ। ਜੀ ਸਤਿ ਸ਼੍ਰੀ ਅਕਾਲ। ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਾਰੇ ਵੀਰਾਂ ਭੈਣਾਂ ਬਜ਼ੁਰਗਾਂ ਨੂੰ ਬਹੁਤ ਨਿੱਘੀ ਫਤਿਹ ਜੀ। ਡਾਕਟਰ ਸਾਹਿਬ, ਜਦੋਂ ਕਿਸੇ ਸ਼ਖਸੀਅਤ ਦੀ ਗੱਲ ਕਰਦੇ ਹਾਂ ਤਾਂ ਜੇ ਅਸੀਂ ਪਿਛੋਕੜ ਦੇ ਵਿੱਚ ਝਾਤ ਮਾਰਦੇ ਹਾਂ ਤਾਂ ਉਹਨਾਂ ਦਾ ਪਿਛੋਕੜ ਬਹੁਤ ਮਜ਼ਬੂਤ ਹੁੰਦਾ ਹੈ। ਤੇ ਮੈਂ ਸਭ ਤੋਂ ਪਹਿਲਾਂ ਇਹੀ ਚਾਹਾਂਗਾ ਕਿ ਤੁਸੀਂ ਆਪਣੇ ਪਿਛੋਕੜ ਬਾਰੇ ਗੱਲਬਾਤ ਕਰੋ, ਕਿਉਂਕਿ ਸਿੱਖ ਪੰਥ ਦੀ ਸਰਮੌਰ ਹਸਤੀ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ। ਅਸੀਂ ਚਾਹੁੰਦੇ ਹਾਂ ਕਿ ਜਰਾ ਤੁਸੀਂ ਆਪਣੇ ਪਿਛੋਕੜ ਬਾਰੇ ਦੱਸੋ। ਅੱਜ ਜਿਹੜੀ ਗੱਲਬਾਤ ਹੈ ਉਹ ਵੀ ਤੁਹਾਡੇ ਅਸੀਂ ਜ਼ਿੰਦਗੀ ਦੇ ਬਾਰੇ ਕਰਾਂਗੇ ਜੀ। ਦੇਖੋ, ਕਿਉਂਕਿ ਤੁਸੀਂ ਜ਼ਿਕਰ ਕੀਤਾ ਨਾਨਾ ਜੀ ਦਾ, ਪ੍ਰੋਫੈਸਰ ਸਾਹਿਬ ਸਿੰਘ ਜੀ ਦਾ, ਤੇ ਗੱਲ ਕਰ ਰਹੇ ਹੋ ਕਿ ਪਿਛੋਕੜ ਤਗੜਾ ਹੋਣਾ ਚਾਹੀਦਾ, ਤਾਂ ਮੈਂ ਦੱਸ ਦਿਆਂ ਕਿ ਜਿਸ ਤਰੀਕੇ ਦੀ ਗਰੀਬੀ ਹੰਢਾਈ ਹੈ ਉਹਨਾਂ ਨੇ ਅਣਖ ਮਾਰ ਦਿੰਦੀ ਹੈ ਗਰੀਬੀ ਲੋਕਾਂ ਦੀ। ਪਰ ਜਦੋਂ ਕੋਈ ਔਖੇ ਸਮੇਂ ਨੂੰ ਕੱਢ ਕੇ ਫਿਰ ਅਗਾਂਹ ਨਿੱਤਰਦਾ ਹੈ, ਉਹ ਆਮ ਤੌਰ 'ਤੇ ਉਹੀ ਮਜ਼ਬੂਤ ਸ਼ਖਸੀਅਤ ਬਣ ਸਕਦਾ ਹੈ। ਜਿਹਨੂੰ ਬਣਿਆ ਬਣਾਇਆ ਰਾਜ ਮਿਲਿਆ ਹੋਵੇ ਉਹ ਬਹੁਤਾ ਕਹਿ ਲਓ ਕਿ ਸਕਸੈਸਫੁਲ ਰੂਲਰ ਹੁੰਦਾ ਨਹੀਂ। ਬਿਲਕੁਲ ਉਸੇ ਤਰ੍ਹਾਂ ਸਫਲ ਤੈਰਾਕ ਵੀ ਤਾਂ ਹੀ ਬਣਦੇ ਨੇ ਜਿਹੜੇ ਔਖੇ ਸਮੁੰਦਰਾਂ ਦੇ ਵਿੱਚੋਂ ਤੈਰ ਕੇ ਲੰਘੇ ਹੋਣ। ਸੋ ਇਹੀ ਕਾਰਨ ਹੈ ਕਿ ਇੱਕ ਪ੍ਰੋਫੈਸਰ ਸਾਹਿਬ ਸਿੰਘ ਜੀ ਵਰਗੀ ਸ਼ਖਸੀਅਤ ਦਾ ਬੜਾ ਜੋ ਸੰਘਣੀ ਛਾਂ ਦੇ ਹੇਠਾਂ ਕੋਈ ਵੀ ਉਸ ਪੱਧਰ ਦਾ ਪਣਪ ਕੇ ਨੇੜੇ ਤੇੜੇ ਦੂਰ ਉੱਥੇ ਤੱਕ ਤਾਂ ਪਹੁੰਚਣਾ, ਖੈਰ ਮੈਂ ਆਪ ਸੋਚ ਵੀ ਨਹੀਂ ਸਕਦੀ, ਪਰ ਉਸ ਦੇ ਉਹਦਾ 1000ਵਾਂ ਜਾਂ ਕਰੋੜਵਾਂ ਹਿੱਸਾ ਵੀ ਜੇ ਅਸੀਂ ਸੋਚੀਏ ਵੀ ਅੰਦਰ ਅਸੀਂ ਲੈ ਕੇ ਖੜੇ ਹੋਣਾ, ਤਾਂ ਉਹ ਇੱਕ ਇੱਕ ਰਾਹ ਔਕੜਾਂ ਦਾ ਭਰਿਆ ਹੀ ਹੋ ਸਕਦਾ ਜਦੋਂ ਤੁਸੀਂ ਤੁਰੋਗੇ। ਬਿਲਕੁਲ ਇਹੋ ਕੁਝ ਸਾਨੂੰ, ਜਿਵੇਂ ਉਹ ਫਖਰ ਨਾਲ ਸੁਣਾਉਂਦੇ ਸਨ, ਦੋ ਬੜੀਆਂ ਡੂੰਘੀਆਂ ਗੱਲਾਂ ਉਹਨਾਂ ਦੀ ਜ਼ਿੰਦਗੀ 'ਚੋਂ ਮੈਂ ਸਾਂਝੀਆਂ ਕਰਨਾ ਚਾਹੁੰਦੀ ਹਾਂ, ਕਿਉਂਕਿ ਔਕੜਾਂ ਜਿਹੜੀ ਉਹਨਾਂ ਦੀ ਸੀ ਉਹ ਆਪਣੇ ਜ਼ਬਾਨੀ ਲਿਖ ਵੀ ਗਏ ਨੇ, ਅਸੀਂ ਪੜ੍ਹਦੇ ਵੀ ਹਾਂ, ਸੁਣਾਉਂਦੇ ਵੀ ਸੀ ਕਿ ਕਿਵੇਂ ਨੰਗੇ ਪੈਰੀਂ ਜਾਣਾ ਪਿਆ ਸੀ, ਕਿਵੇਂ ਛਾਲੇ ਪਏ ਸਨ ਤੇ ਰੱਜੇ ਪੁੱਜੇ ਲੋਕਾਂ ਨੇ ਕੋਈ ਆਨਾ ਧੇਲਾ ਵੀ ਨਹੀਂ ਸੀ ਦਿੱਤਾ ਜੀ, ਤੇ ਕੁਝ ਵੀ ਨਹੀਂ ਸੀ, ਕਰਜ਼ਈ ਸਨ, ਤੇ ਕਿਵੇਂ ਆਪਣੇ ਘਰ ਦੀ ਜੋ ਕੂੜਾ ਚੁੱਕਣ ਵਾਲੀ ਮਾਈ ਤੋਂ
ਉਹਨਾਂ ਨੇ ਉਸ ਬੀਬੀ ਤੋਂ 2 ਰੁਪਏ ਲਏ ਸੀ ਉਧਾਰੇ, ਤੇ ਜੁੱਤੀ ਟੁੱਟੀ ਪਈ ਸੀ, 14 ਮੀਲ ਦਾ ਪੈਂਡਾ ਤੇ ਭਰ ਦੁਪਹਿਰ ਜਾਣਾ। ਮਾਇਨੇ ਰੱਖਦਾ ਜੇ ਕਿ ਆਪ ਹੀ ਸੁਣਾਉਂਦੇ ਸਨ ਕਿ ਨੰਗੇ ਪੈਰੀਂ ਤੁਰੇ ਤੇ ਉਹ ਛਾਲੇ ਪੈ ਰਹੇ ਸਨ। ਪਹਿਲੀ ਵਾਲੀ ਜੁੱਤੀ ਦਾ ਅੱਡੀ ਨਹੀਂ ਸੀ, ਥੱਲਾ ਟੁੱਟਿਆ ਪਿਆ ਸੀ, ਤੇ ਜਦੋਂ ਨਵੀਂ ਪਾਈ ਉਹਦੇ 'ਚ ਵੀ ਨਵੀਂ ਹੋਣ ਕਾਰਨ ਛਾਲੇ ਪੈਣ ਲੱਗ ਗਏ। ਤਾਂ ਉਹ ਅਹਿਸਾਸ ਕਰਵਾਉਂਦੇ ਸਨ ਕਿ ਗਰੀਬੀ ਕੀ ਚੀਜ਼ ਹੁੰਦੀ ਹੈ, ਹੰਢਾ ਕੇ ਸਮਝ ਆਉਂਦੀ ਹੈ। ਪਰ ਜਦੋਂ ਕੋਈ ਇਸ ਤਰੀਕੇ ਦੇ ਪੈਂਡੇ 'ਚੋਂ ਲੰਘਿਆ ਹੋਵੇ ਨਾ, ਤੇ ਅਣਖ ਬਰਕਰਾਰ ਰੱਖ ਸਕੇ, ਫਿਰ ਹੀ ਉਹ ਨਵੇਂ ਰਾਹ ਲੰਘ ਸਕਦਾ ਜੇ। ਤੇ ਉਦੋਂ ਉਹ ਜ਼ਮੀਨ ਦੇ ਨਾਲ ਜੁੜਿਆ ਰਹਿੰਦਾ, ਤੇ ਉਸ ਵੇਲੇ ਉਹਦੇ 'ਤੇ ਦਬਾਅ ਨਾ ਤਾਂ ਕੋਈ ਸਰਕਾਰ ਪਾ ਸਕਦੀ ਹੈ, ਨਾ ਮੌਤ ਉਹਦੇ ਉੱਤੇ ਉਸ ਤਰ੍ਹਾਂ ਉਹਨੂੰ ਡਰਾਵਾ ਕੋਈ ਦੇ ਸਕਦੀ ਹੈ। ਉਹ ਫਿਰ ਗੁਰੂ ਦੇ ਲੜ ਲੱਗਿਆ ਹੀ ਤੁਰਿਆ ਰਹਿੰਦਾ। ਉਹਦੀ ਮੌਜ ਵੱਖਰੀ ਹੋ ਜਾਂਦੀ ਹੈ ਕਿ ਮੈਂ ਹੁਣ ਇੱਕ ਰਾਹ ਲੱਭਿਆ, ਮੈਂ ਉਸੇ ਰਾਹ ਤੁਰਨਾ। ਤੇ ਇਹੋ ਜਿਹੀ ਗਰੀਬੀ ਦੇ ਵਿੱਚੋਂ ਨਿਕਲਿਆ ਉਹ ਮੈਂ ਹੀਰਾ ਹੀ ਕਹਿਣਾ ਚਾਹੁੰਦੀ ਹਾਂ, ਕਿਉਂਕਿ ਉਹ ਮੇਰੇ ਕਹਾਂਗੀ ਨਾਨਾ ਜੀ ਤਾਂ ਮਾੜੀ ਗੱਲ ਹੋਏਗੀ, ਤੇ ਕੌਮ ਦੇ ਸਨ। ਹੁਣ ਉਹ ਉਸ ਸਮੇਂ 'ਚ ਐਡੀ ਗਰੀਬੀ ਦੇ ਵਿੱਚ ਵੀ ਜਦੋਂ ਉਹਨਾਂ ਨੂੰ ਉਦੋਂ 20,000 ਮਾਇਨੇ ਰੱਖਦਾ ਜੇ, ਇੰਨੇ ਰੁਪਏ ਦਿੱਤੇ ਗਏ ਹੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਤੁਸੀਂ ਜੀ ਇਹਦੇ ਲਿਖੋ ਸਾਡੇ ਲਈ, ਤੇ ਉਹਨਾਂ ਨੇ ਕਿਹਾ ਕਿ ਨਹੀਂ, ਮੇਰਾ ਤਾਂ ਕੰਮ ਹੀ ਵੱਖਰਾ, ਮੈਂ ਗੁਰੂ ਗ੍ਰੰਥ ਸਾਹਿਬ ਬਾਰੇ ਹੀ ਲਿਖਣਾ। ਤੇ ਮੈਂ ਉਹਨਾਂ ਨੇ ਗੁਰੂ ਦੀਆਂ ਜੀਵਨੀਆਂ ਬਾਰੇ ਲਿਖਿਆ, ਕਿਵੇਂ ਸਾਰਾ ਕੁਝ ਉਹਨਾਂ ਦਾ ਸੰਘਰਸ਼ ਸੀ ਲਿਖਦਿਆਂ, ਕਿਵੇਂ ਅਖੀਰੀ ਸਾਹ ਤੱਕ ਉਹ ਡਟੇ ਰਹੇ। ਤੇ ਫਿਰ ਉਹ ਜੋ ਕੋਸ਼ ਤਿਆਰ ਕੀਤੇ 10 ਪੋਥੀਆਂ ਦੇ ਵਿੱਚ, ਕਿਵੇਂ ਉਸ ਸਮੇਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਹਿ ਦਿੱਤਾ ਗਿਆ ਕਿ ਰੱਦੀ ਹੈ, ਛਾਪਣਾ ਨਹੀਂ। ਖਿਮਾ ਕਰਿਓ ਸ਼ਬਦ ਮਾੜਾ ਲੱਗਦਾ, ਪਰ ਉਹਨਾਂ ਨੇ ਵੀ ਸੁਣਿਆ ਸੀ। ਤਾਂ ਫਿਰ ਪੰਥ ਨੂੰ ਵੀ ਸੁਣਨਾ ਚਾਹੀਦਾ ਕਿ ਕਿਸ ਕਾਰਨ ਸ਼੍ਰੋਮਣੀ ਕਮੇਟੀ ਨੇ ਛਾਪਿਆ ਨਹੀਂ। ਛਾਪਿਆ ਤਾਂ ਹੁਣ ਵੀ ਦਿਸਦਾ ਪਿਆ, ਰਾਜ ਪਬਲਿਸ਼ਰਸ ਨੇ ਛਾਪਿਆ, ਉਹ ਵੀ ਮੇਰੇ ਪਾਪਾ ਜੀ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਦੇ ਸਦਕਾ ਇਹ ਹੋਂਦ ਵਿੱਚ ਆ ਸਕਿਆ ਕਿ ਇੰਨੀ ਜ਼ਿੰਦਗੀ ਭਰ ਦੀ ਮਿਹਨਤ ਤੇ ਉਹ ਛਪਣੀ ਚਾਹੀਦੀ ਹੈ ਤੇ ਸਾਰੇ ਕੌਮ ਨੂੰ ਜਾਣੀ ਚਾਹੀਦੀ ਹੈ। ਸੋ ਉੱਤੋਂ ਕਮਾਲ ਇਹ ਵੇਖੋ ਕਿ ਉਸ ਸ਼ਖਸੀਅਤ ਦੀ ਇੰਨੀ ਕੁ ਵੀ ਨਹੀਂ ਸੀ ਕਿ ਹਾਲਾਂਕਿ ਉਹ ਸ਼੍ਰੋਮਣੀ ਕਮੇਟੀ ਦੇ ਵਿੱਚ ਆਪ ਕੰਮ ਕਰਦੇ ਰਹੇ, ਪਰ ਤੁਰ ਜਾਣ ਬਾਅਦ ਵੀ ਉਹਨਾਂ ਦਾ ਜੋ ਸਾਡਾ ਉੱਥੇ ਇਤਿਹਾਸ ਦੇ ਵਿੱਚ ਸਾਰਿਆਂ ਦਾ ਜੋ ਨਾਮ ਜ਼ਿਕਰ ਸੀ, ਵੱਡੇ ਵੱਡੇ ਸਾਡੇ ਸਿੱਖ ਇਤਿਹਾਸਕਾਰਾਂ ਦਾ, ਉਹਨਾਂ ਦੇ ਵਿੱਚ ਇਹਨਾਂ ਦੀ ਤਸਵੀਰ ਤੱਕ ਵੀ ਨਹੀਂ ਸੀ ਲਾਈ ਗਈ, ਜੋ ਕਿ ਬਾਅਦ ਵਿੱਚ ਵੱਡੀ ਗਿਣਤੀ ਆ ਕੇ ਸਿੱਖਾਂ ਨੇ ਹੀ, ਜੋ ਕਿ ਵਤਨੋਂ ਪਾਰ ਤੋਂ ਵੀ ਇੱਥੋਂ ਵੀ, ਉਹਨਾਂ ਦੇ ਸੰਘਰਸ਼ ਸਦਕਾ ਹੀ ਉਹਨਾਂ ਦੀ ਤਸਵੀਰ ਸਿੱਖ ਅਜਾਇਬ ਘਰ 'ਚ ਲੱਗੀ, ਵਰਨਾ ਤਸਵੀਰ ਤੱਕ ਵੀ ਲਾਉਣ ਤੋਂ ਇਨਕਾਰੀ ਸਨ। ਪ੍ਰੋਫੈਸਰ ਸਾਹਿਬ ਸਿੰਘ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਸ਼ਖਸੀਅਤ ਸੀ। ਜਿਹੜੇ ਲੋਕ ਉਹਨਾਂ ਦੇ ਕੋਲ ਬੈਠਿਆ ਕਰਦੇ ਸੀ, ਪ੍ਰੇਰਨਾ ਲਿਆ ਕਰਦੇ ਸੀ, ਉਹਨਾਂ ਦੀ ਜ਼ਿੰਦਗੀ ਬਦਲ ਰਹੀ ਸੀ। ਕਦੇ ਇਸ ਤਰ੍ਹਾਂ ਦਾ ਸਮਾਂ ਵੀ ਵਾਪਰਿਆ ਕਿ ਉਹਨਾਂ ਦੇ ਕੁਝ ਸ਼ਬਦਾਂ ਨੇ ਜਾਂ ਕੁਝ ਸਿੱਖਿਆਵਾਂ ਨੇ ਤੁਹਾਡੀ ਜ਼ਿੰਦਗੀ ਬਦਲੀ ਹੋਵੇ? ਦੇਖੋ, ਮੈਂ ਬਹੁਤ ਛੋਟੀ ਸੀ ਉਦੋਂ, ਜਦੋਂ ਮੈਂ 7ਵੀਂ ਜਮਾਤ ਸੀ, ਜਦੋਂ ਉਹਨਾਂ ਦੀ ਮੌਤ ਹੋ ਗਈ ਸੀ, ਜਦੋਂ ਚਲੇ ਗਏ ਸਨ। ਮੈਂ ਤਾਂ ਜੇ ਕੁਝ ਸਾਂਝਾ ਕਰਾਂ ਤਾਂ ਮੈਨੂੰ ਆਪਣੇ ਆਪ 'ਤੇ ਹੀ ਸ਼ਰਮਿੰਦਗੀ ਆਉਂਦੀ ਹੈ, ਪਰ ਮੈਂ ਬਹੁਤ ਹੀ ਛੋਟੀ ਸਾਂ ਉਦੋਂ ਜਦੋਂ ਇਹ ਗੱਲ ਵਾਪਰੀ। ਕਿ ਮੈਂ ਅੱਗੇ ਵੀ 1-2 ਇੰਟਰਵਿਊਜ਼ 'ਚ ਦੱਸਿਆ ਕਿ ਮੇਰੇ ਮੰਮੀ ਲੈ ਕੇ ਗਏ ਸਨ ਮਿਲਣ ਲਈ, ਵੀ ਚਲੋ ਚੱਲਣਾ, ਨਾਨਕੇ ਜਾਣਾ, ਤੇ ਬੱਸ 'ਤੇ ਅਸੀਂ ਆਏ। ਤੇ ਜਿਸ ਤਰੀਕੇ ਉਹ ਆਪ ਵੀ ਲਿਖਦੇ ਵੀ ਸੀ ਕਿ ਮੈਨੂੰ ਲੋਕ ਬੜੇ ਕਹਿੰਦੇ ਸਨ ਕਿ ਇਹ ਰੁੱਖੇ ਨੇ, ਕਿਉਂਕਿ ਮੈਂ ਗਿਲਾਫ ਚਾੜ ਲਿਆ ਸੀ ਰਿਸ਼ਤੇਦਾਰੀ ਤੋਂ ਤੇ ਹੋਰ ਥਾਂ, ਕਿ ਸਵਾਸ ਗਿਣੇ ਚੁਣੇ ਨੇ, ਤੇ ਮੇਰਾ ਕੋਈ ਸਵਾਸ ਜ਼ਾਇਆ ਨਾ ਚਲੇ ਜਾਵੇ ਇਸੇ ਤਰ੍ਹਾਂ ਹੀ ਕਿ ਮੈਂ ਰਿਸ਼ਤੇਦਾਰੀ 'ਚ ਗੱਪਾਂ ਮਾਰਦਾ ਲੰਘ ਗਿਆ। ਮੈਂ ਗੁਰਬਾਣੀ ਦਾ ਜੋ ਜ਼ਿੰਮਾ ਮੇਰੇ ਸਿਰ ਲੱਗਿਆ, ਸੋ ਮੈਂ ਤਰਜਮਾ ਵੀ ਕਰਨਾ, ਉਹਦੇ ਸਾਰੇ ਅਰਥ ਸਮਝਾਉਣੇ ਨੇ, ਫਿਰ ਪਹਿਲਾਂ ਆਪ ਸਮਝਣਾ, ਮਜ਼ਾਕ ਨਹੀਂ ਹੁੰਦਾ। ਉਹਨਾਂ ਨੇ ਆਪ 6 ਜ਼ਬਾਨਾਂ ਦੇ ਮਾਹਰ ਸਨ, ਤੇ ਜਿਸ ਤਰੀਕੇ ਉਹਨਾਂ ਨੇ ਕੀ ਅਰਬੀ ਕੀ ਸਾਰੀ ਯਾਨੀ ਭਾਸ਼ਾਵਾਂ ਵਿੱਚੋਂ ਸਮਝ ਕੇ ਕਿਵੇਂ ਇੱਕ ਪਲ ਉਹਨਾਂ ਦਾ ਲੰਘਦਾ ਸੀ, ਮੈਂ ਉਹੀ ਸਾਂਝਾ ਕਰ ਦਿੰਦੀ ਹਾਂ ਕਿ ਮੈਂ ਜਦੋਂ ਮੈਨੂੰ ਲੈ ਕੇ ਗਏ ਤਾਂ ਬਹੁਤ ਛੋਟੀ ਸੀ, ਖਰੇ ਹੁਣ ਮੈਨੂੰ ਯਾਦ ਨਹੀਂ, 2-3 'ਚ ਹੋਵਾਂਗੀ ਕਿਤੇ। ਤੇ ਜਿਵੇਂ ਆਪ ਸੁਣੀਦਾ ਸੀ ਹੋਰਨਾਂ ਤੋਂ ਵੀ ਨਾਨਕੇ ਘਰ ਜਾਈਦਾ ਤੇ ਚਾਹ ਹੁੰਦਾ ਜੀ ਉਹ ਚੁੱਕ ਕੇ ਘੁਮਾਉਂਦੇ ਨੇ ਫਿਰਦੇ ਨੇ, ਉਸੇ ਤਰ੍ਹਾਂ ਹੀ ਮੈਨੂੰ ਵੀ ਚਾਹ ਸੀ ਕਿ ਮੈਨੂੰ ਇਹ
ਘੁਮਾਉਣਗੇ ਨਾਨਕੇ ਚੱਲੇ ਆ। ਤਾਂ ਮੈਨੂੰ ਸਾਰੇ ਰਾਹ ਮੇਰੇ ਮੰਮੀ ਤਾਂ ਕਿੱਦਾਂ ਕਰਦੇ ਰਹੇ, ਨਰਿੰਦਰ ਕੌਰ ਜੀ ਸੀ ਉਹਨਾਂ ਦਾ ਨਾਮ, ਕਿ ਤੂੰ ਨਹੀਂ ਜਾ ਕੇ ਕੁਛ ਵੀ ਰੌਲਾ ਨਹੀਂ ਪਾਉਣਾ, ਤੂੰ ਚੁੱਪ ਰਹਿਣਾ। ਅਤੇ ਉਹਨਾਂ ਨੇ ਆਪ ਹੀ ਜਦੋਂ ਉਹ ਵਿਹਲੇ ਹੋਣਗੇ ਬੁਲਾਉਣਗੇ, ਤੂੰ ਨਹੀਂ ਜਾ ਕੇ ਰੌਲਾ ਜੀ। ਪਾਉਣਾ। ਸੋ ਇੰਨੀ ਸਖਤ ਤਾਕੀਦ ਸੀ ਕਿ ਚੁੱਪ ਰਹਿਣਾ। ਅਤੇ ਮੈਂ ਬਿਲਕੁਲ ਚੁੱਪ ਕਰਕੇ ਵੀ ਹਾਂ ਹੁਣ ਇਹ ਬੁਲਾਉਣਗੇ। ਜਾ ਕੇ ਅੰਦਰ ਗਏ ਅਤੇ ਮੈਂ ਦੇਖਿਆ ਉਹ ਕਮਰੇ 'ਚ ਬੈਠੇ ਲਿਖ ਰਹੇ ਸਨ ਕੁਛ, ਅਤੇ ਉੱਥੇ ਪਰਦੇ ਦੇ ਪਿੱਛੋਂ ਮੈਂ ਕਈ ਖਰੇ ਘੰਟਾ 2 ਘੰਟੇ ਖੜ੍ਹੀ ਰਹੀ ਹੋਊਂਗੀ ਝਾਕਦੀ ਵੀ, ਹੁਣ ਵੀ ਸਿਰ ਚੁੱਕਣ ਅਤੇ ਮੈਂ ਦੱਸਾਂ ਵੀ ਮੈਂ ਆਈ ਹਾਂ। ਜਿਵੇਂ ਬੱਚੇ ਨੂੰ ਚਾਅ ਹੁੰਦਾ, ਜੀ। ਉਹ ਹੁਣ ਉਹਨਾਂ ਨੇ ਸਿਰ ਹੀ ਨਹੀਂ ਚੁੱਕਿਆ। ਅਤੇ ਮੈਨੂੰ ਫਿਰ ਜਿਵੇਂ ਹੁਣ ਬੱਚਾ ਹੀ ਸੀ ਨਾ, ਖਿਝ ਜਾਂਦਾ ਵੀ ਕੀ ਹੈ, ਇੰਨਾ ਵੀ ਕੀ ਕੰਮ ਕਰ ਸਕਦਾ, ਕੋਈ ਵੀ ਦੇਖੇ ਹੀ ਨਾ। ਪਰ ਮੇਰੇ ਨਾਨੀ ਜੀ ਲੈ ਗਏ, ਫਿਰ ਮੰਮੀ ਇੱਧਰ ਇਸ ਤਰ੍ਹਾਂ ਉਹਨਾਂ ਨੇ ਯਾਨੀ ਖਵਾਉਣ ਪਿਆਉਣ ਲੱਗ ਗਏ ਇੱਧਰ। ਪਰ ਜਿਵੇਂ ਉਹ ਅੜ ਜਾਂਦੀ ਹੈ ਗਰਾਰੀ ਵੀ, ਮੈਨੂੰ ਬੁਲਾਇਆ ਨਹੀਂ ਨਾਨਾ ਜੀ ਨੇ। ਹਾਂਜੀ। ਅਤੇ ਉਹ ਹੁਣ ਕਹਿੰਦੇ ਚਲੋ ਕੋਈ ਨਾ ਆਪਾਂ ਬੈਠਦੇ ਹਾਂ, ਅਤੇ ਤੁਸੀਂ ਜਦੋਂ ਰੋਟੀ ਖਾਣ ਸ਼ਾਮੀ ਉੱਠ ਕੇ ਆਉਣਗੇ ਉਦੋਂ ਗੱਲ ਕਰਦੇ ਨੇ, ਉਦੋਂ ਆਪਾਂ ਕਰਾਂਗੇ। ਅਤੇ ਮੈਂ ਜਾਣ ਕੇ ਜਿਵੇਂ ਉਹਨਾਂ ਨੇ ਬੈਠਣਾ ਸੀ ਉੱਥੇ ਵਿਚਕਾਰ, ਉੱਥੇ ਮੈਂ ਸੀ ਉਹਦੇ ਨਾਲ ਵਾਲੀ ਕੁਰਸੀ 'ਤੇ, ਬੜੀ ਮੈਂ ਚਾਅ ਨਾਲ ਵੀ ਹੁਣ ਮੈਨੂੰ ਬੁਲਾਉਣਗੇ, ਪਿਆਰ ਕਰਨਗੇ। ਪਰ ਉਹ ਮੈਨੂੰ ਲਗਾਤਾਰ ਤਾਕੀਦ ਸੀ ਬੋਲਣਾ ਨਹੀਂ, ਤਾਂ ਮੈਂ ਚੁੱਪ ਬਿਲਕੁਲ ਕਰਕੇ ਬੈਠੀ ਸਾਂ ਵੀ ਹੁਣ ਤਾਂ ਦੇਖਣਗੇ। ਪਰ ਉਹ ਉਸ ਦਿਨ ਬਾਈ ਚਾਂਸ ਕੁਛ ਚੀਜ਼ ਜਿਵੇਂ ਉਹਨਾਂ ਦੀ ਅੜੀ ਹੋਈ ਸੀ ਕੋਈ ਦਿਮਾਗ 'ਚ ਕਿਸੇ ਗੱਲ 'ਤੇ, ਅਤੇ ਉਹ ਬਿਨਾਂ ਕਿਸੇ ਨੂੰ ਦੇਖਿਆ ਕੌਣ ਬੈਠਾ ਕੌਣ ਹੈ ਕੌਣ ਨਹੀਂ, ਜਿਵੇਂ ਨਾਨੀ ਜੀ ਨੇ ਰੋਟੀ ਪਾਈ, ਉਹਨਾਂ ਨੇ ਆਪਣੀ ਪਲੇਟ 'ਚੋਂ ਚੁੱਪ ਚੁਪੀਤੇ ਸਿਰ ਨੀਵਾਂ ਕੀਤਾ, ਉਂਝ ਹੀ ਖਾਧਾ ਅਤੇ ਉਂਝ ਹੀ ਉੱਠ ਕੇ ਚਲੇ ਗਏ। ਮੈਂ ਲਗਾਤਾਰ ਖਾਣੇ ਦੇ ਮੇਜ਼ 'ਤੇ ਉਹਨਾਂ ਵੱਲ ਝਾਕਦੀ ਰਹੀ, ਹੁਣ ਵੀ ਹੁਣ ਵੀ ਹੁਣ ਵੀ। ਪਰ ਕਿਉਂਕਿ ਬੋਲਣ 'ਤੇ ਸਖਤ ਮਨਾਹੀ ਸੀ, ਕੋਈ ਚੂੰ ਵੀ ਨਹੀਂ ਕਿਸੇ ਨੇ ਕੀਤੀ। ਉਹਨਾਂ ਨੇ ਚੁੱਪ ਕਰਕੇ ਖਾਧਾ, ਉਹ ਚਲੇ ਗਏ। ਉਹਨਾਂ ਦਾ ਰੂਟੀਨ ਹੁੰਦਾ ਸੀ ਕਿ ਸਵੇਰੇ ਉਹ ਦੁੱਧ ਲੈਣ ਜਾਂਦੇ ਸਨ, ਸੈਰ ਕਰਦੇ ਸਨ। ਅਤੇ ਮੈਨੂੰ ਰਾਤ ਨੂੰ ਬੜਾ ਗੁੱਸਾ ਆਇਆ ਕਿ ਜਿਵੇਂ ਹੁਣ ਬੱਚਾ ਜ਼ਿੱਦ 'ਚ ਹੁੰਦਾ ਕਿ ਇੰਨੇ ਗੰਦੇ ਨਾਨਾ ਜੀ, ਮੈਂ ਤਾਂ ਨਹੀਂ ਦੁਬਾਰਾ ਆਉਣਾ, ਮੈਨੂੰ ਬੁਲਾਇਆ ਹੀ ਨਹੀਂ, ਮੈਂ ਸਾਰਾ ਟਾਈਮ ਪੂਰਾ ਦਿਨ ਬੈਠੀ। ਪਰ ਉਹ ਹੁਣ ਨਾਨੀ ਨੇ ਆਪਣਾ ਰੋਲ ਅਦਾ ਕਰਨਾ ਸੀ, ਉਹ ਪਿਆਰ ਕਰਦੇ ਰਹੇ ਜੋ ਵੀ। ਪਰ ਹੁਣ ਸੀ ਵੀ ਨਾਨੇ ਨੇ ਕਿਉਂ ਨਹੀਂ ਹੱਥ ਲਾਇਆ। ਅਤੇ ਉਹ ਫਿਰ ਮੈਨੂੰ ਰਾਤ ਉਹਨਾਂ ਨੇ ਥੋੜ੍ਹਾ ਸ਼ਾਂਤ ਕਰਕੇ ਕਿ ਨਹੀਂ ਸਵੇਰੇ ਸੈਰ 'ਤੇ ਆਪਾਂ ਨਾਲ ਚੱਲਣਾ, ਉਦੋਂ ਆਪਾਂ ਗੱਲ ਕਰਾਂਗੇ। ਸਵੇਰੇ ਉਹ 4:45 ਨਿਕਲਦੇ ਸਨ, ਅਤੇ ਮੈਂ ਹੁਣ ਉਹ ਚਾਅ ਨਾਲ ਮੈਂ ਉਸ ਤੋਂ ਵੀ ਪਹਿਲਾਂ ਉੱਠ ਕੇ ਖੜ੍ਹੀ ਵੀ ਮੈਂ ਕਿਤੇ ਸੁੱਤੀ ਨਾ ਰਹਿ ਜਾ, ਮੈਨੂੰ ਲਿਜਾਣ ਹੀ ਨਾ ਵੀ ਮੈਂ ਜਾਣਾ ਨਾਲ। ਅਤੇ ਉਹ ਸਵੇਰੇ ਉੱਠ ਕੇ ਅਤੇ ਮੈਂ ਫਟਾਫਟ ਨਾਲ ਤਿਆਰ ਜੀ ਹਾਂ। ਫਿਰ ਮੰਮੀ ਨੂੰ ਮੈਂ ਵਾਰ-ਵਾਰ ਹੱਥ ਲਾਵਾਂ, ਹੁਣ ਬੁਲਾਵਾਂ, ਉਹ ਕਹਿਣ ਨਾ ਆਪੇ ਬੋਲਣਗੇ। ਪਰ ਉਹ ਰੱਬ ਦੀ ਕਰਨੀ ਕਿ ਉਸ ਦਿਨ ਸਾਰੇ ਰਾਹ ਉਹ ਅਸੀਂ ਗਏ, ਸੈਰ ਕਰਦੇ ਗਏ, ਦੁੱਧ ਲਿਆ, ਵਾਪਸ ਵੀ ਆ ਗਏ। ਬਿਲਕੁਲ ਯਾਨੀ ਉਹਨਾਂ ਨੇ ਹੂੰ ਹਾਂ ਜਾਂ ਕੋਈ ਨਾ ਵੀ ਨਰਿੰਦਰ ਤੂੰ ਆਈ, ਜਾਂ ਕੋਈ ਨਾਲ ਵੀ ਹਰਸ਼ ਆਈ ਹੈ, ਕੁਛ ਹਰਫ ਵੀ ਨਹੀਂ ਬੋਲਿਆ, ਅਸੀਂ ਇੰਝ ਹੀ ਵਾਪਸ ਆ ਗਏ। ਮੈਂ ਸਾਰੇ ਰਾਹ ਵਾਪਸ, ਉਸ ਤੋਂ ਬਾਅਦ ਅਸੀਂ ਵਾਪਸ ਆਉਣਾ ਸੀ, ਬੱਸ 'ਤੇ ਬੈਠੇ ਵਾਪਸ ਆਏ। ਮੈਂ ਪੂਰਾ ਰਾਹ ਰੋਂਦੀ ਵਾਪਸ ਆਈ। ਪਰ ਮੈਨੂੰ ਨਹੀਂ ਪਤਾ ਮੈਂ ਕਿੰਨਾ ਕੁ ਮਾੜਾ ਬੋਲੀ ਹੋਊਂਗੀ ਕਿ ਮੈਂ ਜ਼ਿੰਦਗੀ 'ਚ ਸ਼ਕਲ ਵੀ ਨਹੀਂ ਦੇਖਣੀ, ਇੰਨੇ ਗੰਦੇ ਨਾਨਾ ਜੀ ਕਿਸੇ ਦੇ ਨਹੀਂ ਹੋਣੇ। ਸਭ ਕੁਛ ਜੋ ਵੀ ਬੋਲਿਆ ਹੋਣਾ, ਮੈਂ ਸ਼ਰਮਿੰਦਾ ਉਸ ਚੀਜ਼ 'ਤੇ। ਪਰ ਮੈਂ ਦੱਸਿਆ ਕਿ ਕੋਈ ਬੱਚੇ ਦਾ ਜੋ ਭੋਲਾਪਨ ਉਸ ਸਮੇਂ ਹੁੰਦਾ, ਉਹਨੂੰ ਕੁਝ ਸਮਝ ਨਹੀਂ ਹੁੰਦੀ। ਪਰ ਉਸ ਤੋਂ ਬਾਅਦ ਜੋ ਚੀਜ਼ ਵਾਪਰੀ, ਮੈਂ ਕਿਉਂ ਇਸ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ ਚਿੱਠੀ ਲਿਖੀ ਉਸ ਤੋਂ 15 ਦਿਨ ਬਾਅਦ ਸਾਨੂੰ, ਜੋ ਪੁੱਜੀ, ਜੋ ਮੇਰੇ ਕੋਲ ਹੁਣ ਵੀ ਮੇਰੇ ਕੋਲ ਸਾਂਭੀ ਹੋਈ ਹੈ। ਜੋ ਮੈਂ ਲੋਕ ਹੋਰ ਚੀਜ਼ਾਂ ਰੱਖਦੇ ਹੋਣਗੇ ਬੈਂਕ ਦੇ ਲੋਕਰਾਂ 'ਚ, ਮੇਰੇ ਬੈਂਕ ਦੇ ਲੋਕਰ 'ਚ ਚਿੱਠੀ ਸੰਭਲੀ ਹੋਈ ਹੈ, ਜਿਸ ਵਿੱਚ ਖਿਮਾ ਕਰਿਓ ਮੇਰਾ ਦਿਲ ਭਰ ਜਾਂਦਾ ਜਿੰਨੀ ਵਾਰ ਉਸ ਦੀ ਜ਼ਿਕਰ ਕਰਦੀ ਹਾਂ। ਲਿਖਿਆ ਸੀ, ਬੇਟੀ ਨਰਿੰਦਰ, ਮੈਂ ਆਪਣੀ ਦੋਹਤਰੀ ਦਾ ਗੁਨਾਹਗਾਰ ਹਾਂ ਕਿ ਉਹ ਆਈ ਅਤੇ ਮੈਂ ਉਹਨੂੰ ਪਿਆਰ ਨਹੀਂ ਕਰ ਸਕਿਆ। ਪਰ ਮੈਂ ਇੱਕ ਨੁਕਤੇ 'ਤੇ ਅੜਿਆ ਹੋਇਆ ਸੀ ਵੀ ਉਸ ਸ਼ਬਦ ਦੇ ਇੱਕ ਥਾਂ 'ਤੇ ਉਹਨਾਂ ਨੇ ਔਂਕੜ ਸੀ, ਇੱਕ ਥਾਂ 'ਤੇ ਸਿਹਾਰੀ ਸੀ। ਕੀ ਸਮਝਾਉਣਾ ਚਾਹਿਆ ਸੀ ਗੁਰੂ ਸਾਹਿਬ ਨੇ, ਅਤੇ ਮੈਂ ਉਸ ਇਹੋ ਜਿਹੀ ਮੈਂ ਇੱਕ ਰੌਂ 'ਚ ਵਹਿ ਰਿਹਾ ਸਾਂ ਕਿ ਮੈਨੂੰ ਲੱਗਦਾ ਸੀ ਜੇ ਮੈਂ ਵਿੱਚ ਉਹ ਮੇਰੀ ਤਿੜਕ ਗਈ ਇਕਾਗਰਤਾ, ਤਾਂ ਸ਼ਾਇਦ ਮੈਂ ਉਹ ਨੁਕਤਾ ਨਾ ਸੌਟ ਆਊਟ ਕਰ ਸਕਾਂ। ਤਾਂ ਮੈਂ ਉਸ ਬੱਚੀ ਛੋਟੀ ਤੋਂ ਖਿਮਾ ਮੰਗਦਾ ਕਿ ਉਹਨੂੰ ਮੈਂ
ਨਾਨੇ ਦਾ ਪਿਆਰ ਨਹੀਂ ਦੇ ਸਕਿਆ, ਮੈਂ ਉਹਦਾ ਗੁਨਾਹਗਾਰ ਹਾਂ। ਸੋ ਇਸ ਤਰ੍ਹਾਂ ਦੀ ਚਿੱਠੀ ਮੈਨੂੰ ਸ਼ਾਇਦ ਉਦੋਂ ਤਾਂ ਨਹੀਂ ਸਮਝ ਆਈ ਹੋਣੀ, ਪਰ ਮੈਨੂੰ ਹੁਣ ਜ਼ਰੂਰ ਉਸ ਦਾ ਮਾਇਨਾ ਸਮਝ ਆਉਂਦਾ ਕਿ ਉਹਨਾਂ ਦੀ ਜ਼ਿੰਦਗੀ ਸਾਡੇ ਲਈ ਨਹੀਂ ਸੀ, ਉਹ ਜ਼ਿੰਦਗੀ ਕਿਸੇ ਹੋਰ ਚੀਜ਼ ਲਈ ਜੀ ਰਹੇ ਸਨ। ਸੋ ਸਮਰਪਿਤ ਜਦੋਂ ਹੋਣਾ ਕਿਸੇ ਜ਼ਿੰਦਗੀ ਦਾ, ਮੇਰਾ ਖਿਆਲ ਹੈ ਉਸ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਜ਼ਿੰਦਗੀ ਵਿੱਚ ਝਾਤ ਮਾਰ ਕੇ ਸਮਝ ਆ ਜਾਂਦਾ ਕਿ ਕਿਵੇਂ ਦਾ ਰੁੱਖਾਪਨ ਤੁਹਾਨੂੰ ਆਪਣੇ ਦੁਆਲੇ ਚਾੜਨਾ ਹੁੰਦਾ, ਅਤੇ ਫਿਰ ਲੋਕਾਂ ਵੱਲੋਂ ਕਹੇ ਸ਼ਬਦਾਂ ਨੂੰ ਤੁਸੀਂ, ਉਹ ਚੋਭਾਂ ਨੂੰ ਤੁਸੀਂ ਕਿਵੇਂ ਜਰਨਾ ਹੁੰਦਾ। ਯਾਨੀ ਮੇਰੇ ਮਾਮਾ ਜੀ, ਜਿਵੇਂ ਮੈਂ ਗੱਲ ਕਰਨਾ ਚਾਹਾਂਗੀ ਡਾਕਟਰ ਦਲਜੀਤ ਸਿੰਘ ਦੀ, ਜੋ ਅੱਖਾਂ ਦੇ ਡਾਕਟਰ ਸਨ, ਉਹ ਵੀ ਨਹੀਂ ਰਹੇ। ਉਹਨਾਂ ਦਾ ਵਿਆਹ ਵੀ ਜਦੋਂ ਹੋਇਆ, ਕਿਉਂਕਿ ਬੜੀ ਸਖਤ ਹਦਾਇਤਾਂ ਸਨ ਕਿ ਘਰ 'ਚ ਕੋਈ ਰਿਸ਼ਤੇਦਾਰ ਨਹੀਂ ਰੁਕੇਗਾ, ਅਤੇ ਜੇ ਆਉਣਾ ਹੈ ਤਾਂ ਆਪਣਾ ਦਿਨੇ ਦਿਨੇ ਕੰਮ ਮੁਕਾਓ ਅਤੇ ਜਾਓ, ਰਾਤ ਨਹੀਂ ਰੁਕਣਾ। ਅਤੇ ਸਾਹਮਣੇ ਘਰ ਰਹਿੰਦੇ ਸਨ ਇੱਕ ਜੋ ਬੀਬੀ, ਅਤੇ ਉਹ ਉੱਠੇ ਜਦੋਂ ਅਗਲੇ ਦਿਨ ਸਵੇਰੇ, ਅਤੇ ਉਹਨਾਂ ਦੇਖਿਆ ਵੀ ਇੱਕ ਬੀਬੀ ਕੋਈ ਨਵੀਂ ਘੁੰਮ ਰਹੀ ਹੈ, ਜਿਹਦਾ ਸਿਰ 'ਤੇ ਦੁਪੱਟਾ, ਵੀ ਇਹ ਤਾਂ ਘਰ 'ਚ ਨਹੀਂ ਸੀ, ਕੌਣ ਆ ਗਿਆ। ਵੀ ਜੇ ਕੋਈ ਰਿਸ਼ਤੇਦਾਰ ਆਉਂਦਾ ਤਾਂ ਇੰਨੀ ਵਕਤ ਕਿਵੇਂ ਕੋਈ ਆ ਸਕਦਾ ਇੱਥੇ, ਨਾ ਕੋਈ ਬੱਸ ਨਾ ਕੋਈ ਗੱਡੀ ਕੁਛ, ਅਤੇ ਕਿਵੇਂ ਆਏ ਨੇ। ਅਤੇ ਉਹ ਕਤੂਲਵਸ਼ ਪੁੱਛਣ ਆ ਗਏ ਕਿ ਕੌਣ ਫਿਰਦਾ, ਇਹ ਅੱਜ ਕੌਣ ਆਇਆ ਹੋਇਆ ਰਿਸ਼ਤੇਦਾਰ। ਅਤੇ ਦੱਸਿਆ ਉਹਨਾਂ ਨੇ ਕਿ ਦਲਜੀਤ ਦੀ ਨੂੰਹ ਆਈ ਹੈ, ਉਹਦੀ ਵਹੁਟੀ ਹੈ, ਵਿਆਹ ਕੇ ਲਿਆਏ ਆ। ਯਾਨੀ ਕਹਿਣ ਦਾ ਭਾਵ ਇਹ ਕਿ ਵਿਆਹ ਵੀ ਇੰਝ ਕਿ ਨਾਲ ਦੇ ਘਰ ਨੂੰ ਨਹੀਂ ਪਤਾ, ਸਾਹਮਣੇ ਦੇ ਨੂੰ ਨਹੀਂ ਪਤਾ, ਅਤੇ ਦੋ ਜਣੇ ਗਏ ਅਤੇ ਵਿਆਹ ਕੇ ਉਹ ਲਿਆ ਕੇ ਆ ਕੇ ਅਤੇ ਘਰ ਉਹ ਆਰਾਮ ਨਾਲ ਉੱਠ ਕੇ ਫਿਰ ਰਹੇ ਨੇ। ਇਹੋ ਜਿਹਾ ਮਾਹੌਲ ਤੁਸੀਂ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ ਜ਼ਿੰਦਗੀ ਸਮਰਪਿਤ ਕਰਨੀ ਹੈ। ਮੈਂ ਤਾਂ ਉਹਦੇ ਐਗਜ਼ਾਮਪਲਸ ਤੁਹਾਨੂੰ ਦੇ ਰਹੀ ਸਾਂ ਕਿ ਇੰਝ ਹੁੰਦਾ ਜਦੋਂ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਪਤਾ ਨਹੀਂ ਕਿਉਂ ਨਹੀਂ ਕੰਮ ਹੁੰਦਾ, ਜਾਂ ਸਾਡੇ ਕੋਲ ਉਹੀ 24 ਘੰਟਿਆਂ 'ਚ ਕਿਵੇਂ ਲੋਕ 28 ਘੰਟੇ ਕੱਢਦੇ ਨੇ। ਮੈਂ ਤਾਂ ਆਪਣੇ ਅੱਖੀਂ ਵੇਖਿਆ ਕਿ ਕਿਵੇਂ 24 'ਚੋਂ 28 ਕੀਤੇ ਜਾਂਦੇ ਨੇ। ਉਹ ਆਪਣੇ ਹੱਥ ਹੀ ਹੈ, ਪਰ ਉਹਦੇ ਲਈ ਜਿਗਰਾ ਚਾਹੀਦਾ ਤੁਹਾਨੂੰ, ਵਾਕਈ ਬੜੀ ਇੱਕ ਆਪਣੇ ਆਪ ਨਾਲ ਹੀ ਤੁਹਾਨੂੰ ਵਾਅਦੇ ਕਰਨੇ ਪੈਂਦੇ ਨੇ ਕਿ ਮੈਂ ਇਹੀ ਜ਼ਿੰਦਗੀ ਅਗਲੀ ਤੇ ਆਣੀ ਨਹੀਂ, ਪਰ ਮੈਂ ਇਸੇ ਨੂੰ ਹੀ ਕਾਮਯਾਬ ਬਣਾ ਸਕਾਂ। ਡਾਕਟਰ ਸਾਹਿਬ, ਜੇ ਅਸੀਂ ਗੱਲ ਕੀਤੀ ਹੈ, ਤੁਸੀਂ ਪ੍ਰੋਫੈਸਰ ਸਾਹਿਬ ਦੀਆਂ ਭਾਵਪੂਰਕ ਗੱਲਾਂ ਕੀਤੀਆਂ, ਅਤੇ ਤੁਸੀਂ ਵੀ ਅੱਜ ਪੰਜਾਬ ਦੇ ਇਤਿਹਾਸ ਦੇ ਵਿੱਚ ਦੇਖਿਆ ਜਾਵੇ ਸਰਮੌਰ ਹਸਤੀ ਬਣ ਚੁੱਕੇ ਹੋ, UNO ਦੇ ਵਿੱਚ ਬੋਲ ਕੇ ਆਏ ਹੋ, ਹੋਰ ਇਸ ਤਰ੍ਹਾਂ ਦੇ ਤੁਹਾਨੂੰ ਜਿਹੜੇ ਮਾਣ ਪ੍ਰਾਪਤ ਹੋ ਚੁੱਕੇ ਹੈ। ਪਰ ਜੇ ਤੁਹਾਡੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ, ਜਦੋਂ ਤੁਹਾਡਾ, ਕਿਉਂਕਿ ਪੰਜਾਬ ਦੇ, ਭਾਰਤ ਦੇ ਇਤਿਹਾਸ ਦੇ ਵਿੱਚ ਦੇਖਦੇ ਹਾਂ ਤਾਂ ਜਦੋਂ ਪਰਿਵਾਰਾਂ ਦੇ ਵਿੱਚ ਧੀਆਂ ਪੈਦਾ ਹੁੰਦੀਆਂ ਤਾਂ ਆਮ ਕਰਕੇ ਜਿਹੜੇ ਕੁਝ ਲੋਕ ਹੁੰਦੇ ਉਹਨਾਂ ਦੇ ਮੱਥੇ ਦੇ ਉੱਪਰ ਤਿਉੜੀਆਂ ਵੀ ਪੈ ਜਾਂਦੀਆਂ, ਅਤੇ ਜਦੋਂ ਤੁਹਾਡਾ ਜਨਮ ਹੋਇਆ ਕਿਸ ਤਰ੍ਹਾਂ ਦਾ ਮਾਹੌਲ ਸੀਗਾ? ਦੇਖੋ, ਮੈਂ ਉਸੇ ਹੀ ਥਾਂ 'ਤੇ ਹਾਂ ਵਸਦੀ ਜਿੱਥੇ ਤੁਸੀਂ ਵੀ ਹੋ, ਅਤੇ ਜਿਸ ਘਰ ਵਿੱਚ 5ਵਾਂ ਬੱਚਾ ਅਤੇ 4ਥੀ ਕੁੜੀ ਹੋਵੇ, ਮੈਨੂੰ ਲੱਗਦਾ ਕਿ ਤੁਹਾਨੂੰ ਪਤਾ ਹੀ ਹੈ ਕਿੰਨਾ ਕੁ ਸਵਾਗਤ ਕੀਤਾ ਜਾਂਦਾ। ਸੋ ਬਿਲਕੁਲ ਉਸੇ ਹੀ ਤਰ੍ਹਾਂ ਮੈਂ ਇਸੇ ਹੀ ਥਾਂ 'ਤੇ, ਤੁਸੀਂ ਹੱਸੋਗੇ ਜੇ ਗੱਲ ਕਰਾਂ ਕਿ ਅੱਜ ਮੈਂ ਰਜਿੰਦਰਾ ਹਸਪੀਟਲ ਦੇ ਵਿੱਚ ਬਤੌਰ ਚਾਈਲਡ ਸਪੈਸ਼ਲਿਸਟ ਇੱਥੇ ਕੰਮ ਕਰ ਰਹੀ ਹਾਂ, ਅਤੇ ਮੇਰਾ ਜਨਮ ਵੀ ਇਸੇ ਹਸਪੀਟਲ ਵਿੱਚ ਹੀ ਹੋਇਆ ਸੀ। ਯਾਨੀ ਉੱਥੇ ਹੀ ਜੰਮੀ, ਉੱਥੇ ਹੀ ਖਰੇ ਪੂਰੇ ਹੋ ਜਾਣਾ, ਅਤੇ ਇਸੇ ਹੀ ਥਾਂ 'ਤੇ ਜੰਮੀ। ਅਤੇ ਮੈਂ ਯਾਨੀ ਇੱਕ ਤਰੀਕੇ ਕਹਿ ਸਕਦੇ ਹੋ ਤੁਸੀਂ ਕਿ ਕੋਈ ਵੈਲਕਮ ਕਰਨ ਵਾਲੀ ਹਾਲਤ ਤਾਂ ਨਹੀਂ ਸੀ। ਸੋ ਸਾਰੇ ਰਿਸ਼ਤੇਦਾਰੀ 'ਚ ਵੀ ਇੰਨੀ ਕੋਈ ਗੱਲ ਖੁਸ਼ੀ ਦੀ ਨਹੀਂ ਸੀ, ਪਰ ਜਿਹੜੀ ਅਸਲ ਸੀ ਆਂਢ ਗੁਆਂਢ ਵੱਲੋਂ ਅਫਸੋਸ ਜਤਾਉਣਾ ਕਿ ਕੁੜੀ ਹੋਈ, ਉਸ ਸਮੇਂ ਮੈਂ ਬੜੀ ਸ਼ੁਕਰਗੁਜ਼ਾਰ ਹਾਂ ਕਿ ਮੈਂ ਅਜਿਹੇ ਟੱਬਰ 'ਚ ਪੈਦਾ ਹੋਈ ਜਿੱਥੇ ਮੇਰੇ ਪਾਪਾ ਜੀ ਪ੍ਰੋਫੈਸਰ ਪ੍ਰੀਤਮ ਸਿੰਘ ਜੀ, ਅਤੇ ਮੇਰੇ ਮੰਮੀ ਤਾਂ ਤੁਹਾਨੂੰ ਪਤਾ ਹੀ ਹੈ ਉਹਨਾਂ ਦੇ ਪ੍ਰੋਫੈਸਰ ਸਾਹਿਬ ਸਿੰਘ ਦੇ ਧੀ ਸਨ, ਨਰਿੰਦਰ ਕੌਰ ਜੀ। ਸੋ ਉਹਨਾਂ ਨੇ ਹੀ, ਉਹਨਾਂ ਦਾ ਬੋਲਡ ਸਟੈਪ ਸੀ ਜਿਨ੍ਹਾਂ ਨੇ ਯਾਨੀ ਉਸ ਸਮੇਂ ਨੂੰ ਕਿਵੇਂ ਖੂਬਸੂਰਤੀ ਨਾਲ ਸਾਂਭਿਆ। ਅਤੇ ਜਿਵੇਂ ਯਾਨੀ ਮੇਰੇ ਪਾਪਾ ਜੀ ਨੇ ਨਾਮਕਰਨ ਹੀ ਉਸ ਸਮੇਂ ਕੀਤਾ ਕਿ ਇਹ ਤਾਂ ਤੁਸੀਂ ਅਫਸੋਸ ਕਿਸੇ ਹੋਰ ਥਾਂ ਜਾ ਕੇ ਕਰਿਓ, ਸਾਡੇ ਘਰ ਖੁਸ਼ੀ ਦਾ ਦੇਵਤਾ ਆਇਆ, ਹਰਸ਼ ਇੰਦਰ, ਖੁਸ਼ੀ ਦਾ ਦੇਵਤਾ। ਸੋ ਮੇਰਾ ਨਾਮਕਰਨ ਹੀ ਇੰਝ ਹੋਇਆ ਸੀ ਕਿ ਤੁਸੀਂ ਸਾਡੇ ਘਰ ਨਾ ਅਫਸੋਸ ਕਰੋ। ਯਾਨੀ ਇਸ ਤਰੀਕੇ ਦਾ ਜੇ ਸਵਾਗਤ ਜਿਸ ਟੱਬਰ ਵਿੱਚ ਹੋਵੇ, ਤੁਸੀਂ ਫਿਰ ਸਮਝ ਹੀ ਸਕਦੇ ਹੋ ਕਿ ਉਹ ਪਹਿਲਾ ਰਾਹ ਹੀ ਔਕੜਾਂ ਨਾਲ ਜੂਝਣ ਦਾ ਸਿਖਾ ਦਿੰਦੇ ਨੇ ਕਿ ਤੁਸੀਂ ਇਸ ਤਰ੍ਹਾਂ ਹੀ ਡਟੇ ਰਹਿਣਾ।
ਮੈਨੂੰ ਇੱਕ ਜ਼ਿਕਰ ਦੱਸਣਾ ਜ਼ਰੂਰ ਚਾਹਾਂਗੀ, ਕਿਉਂਕਿ ਮੈਨੂੰ ਤੁਸੀਂ ਨਾਨਾ ਜੀ ਦੀ ਗੱਲ ਕੀਤੀ, ਇੰਜ ਕਰਦਿਆਂ ਇੱਕਦਮ ਖਿਆਲ ਆਇਆ, ਕਿਉਂਕਿ ਉਹ ਕੌਮ ਦੀ ਧਰੋਹਰ ਸਨ। ਲੰਘਿਆ ਵੀ ਹੁਣੇ ਹੀ ਹੈ ਸਾਕਾ ਨਨਕਾਣਾ 100 ਵਰੇ। ਜੀ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੀਆਂ ਕੋਈ ਗੱਲਾਂ ਸਾਂਝੀਆਂ ਕਰੋ, ਅਸੀਂ ਇੰਝ ਹੀ ਇੱਕ ਵਾਰ ਸਾਰੇ ਬੱਚੇ ਮੇਰੇ ਹੋਰ ਮਾਮਾ ਜੀ ਦੇ ਅਤੇ ਸਾਰੇ ਅਸੀਂ ਬੈਠੇ ਸਾਂ ਜਿਵੇਂ ਇੱਕ ਵਾਰ, ਅਤੇ ਜਦੋਂ ਉਹ ਸੁਣਾਉਂਦੇ ਸਨ ਉਹਨਾਂ ਦਾ ਵੀ ਰੁੱਗ ਭਰ ਜਾਂਦਾ ਸੀ। ਅਤੇ ਮੈਂ ਇਸ ਕਰਕੇ ਉਹ ਇੰਪੋਰਟੈਂਟ ਗੱਲ ਤੁਹਾਨੂੰ ਵਿੱਚੋਂ ਟੋਕ ਕੇ ਉਸ ਪਾਸੇ ਲੈ ਕੇ ਜਾ ਰਹੀ ਹਾਂ ਕਿ ਸਾਡੇ ਬਹੁਤ ਸਾਰੇ ਅੱਜ ਦੇ ਨੌਜਵਾਨ ਬੱਚੇ ਜੋ ਸ਼ਾਇਦ ਉਸ ਇਤਿਹਾਸ ਤੋਂ ਉਨੇ ਡੂੰਘੇ ਤਰੀਕੇ ਵਾਕਫ ਨਾ ਹੋਣ, ਪੜ੍ਹੀਆਂ ਚੀਜ਼ਾਂ 'ਚੋਂ ਉਹ ਸਮਝ ਸਕਣ, ਪਰ ਜੋ ਉਹਨਾਂ ਦਾ ਅੱਖੀਂ ਵੇਖੀ ਗੱਲ ਜੋ ਸ਼ਾਇਦ ਅੱਗੇ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਫਿਰ, ਕਿਉਂਕਿ ਇਤਿਹਾਸ ਦੁਹਰਾਉਂਦਾ ਜ਼ਰੂਰ ਹੈ, ਦੋ ਗੱਲਾਂ ਉਸ ਸਮੇਂ ਉਹ ਬਹੁਤ ਜ਼ਰੂਰੀ ਕਰਿਆ ਕਰਦੇ ਸਨ ਜਿਹੜੀ ਮੈਨੂੰ ਖਿਆਲ ਆਇਆ। ਪਹਿਲੀ ਚੀਜ਼ ਸੀ ਕਿ ਉਹ ਕਹਿੰਦੇ ਉਦੋਂ ਵੀ ਜਿਹੜੀਆਂ ਸਰਕਾਰੀ ਅਖਬਾਰਾਂ ਸਨ ਉਹ ਗੱਲ ਕਰਦੀਆਂ ਸਨ ਕਿ ਅੱਤਵਾਦੀ, ਇਹ ਸ਼ਬਦ ਲਿਖਿਆ ਸੀ, ਜੀ ਧਾਵਾ ਬੋਲਣ ਜਾ ਰਹੇ ਨੇ, ਜਦ ਕਿ ਸ਼ਾਂਤਮਈ ਸੰਘਰਸ਼ ਸੀ ਸਿੱਖਾਂ ਦਾ। ਸਭ ਜਾਣਦੇ ਨੇ ਐਂਡ ਉਹ ਹੁਣ ਰਿਪੋਰਟਡ ਵੀ ਨੇ, ਪਰ ਉਸ ਸਮੇਂ ਦੀਆਂ ਅਖਬਾਰਾਂ ਜੇ ਫਿਰ ਉਜਾਗਰ ਕੀਤੀਆਂ ਜਾਣ ਜਾਂ ਪੜ੍ਹੀਆਂ ਜਾਣ ਤਾਂ ਸਮਝ ਆਉਂਦਾ ਕਿ ਕਿਵੇਂ ਦੀ ਸੋਚ ਉਸ ਸਮੇਂ ਵੀ ਸਿੱਖਾਂ ਪ੍ਰਤੀ ਸੀ ਕਿ ਇਹ ਅੱਤਵਾਦੀ ਨੇ, ਧਾਵਾ ਬੋਲਣ ਚੱਲੇ ਨੇ। ਅਤੇ ਜੋ ਮਹੰਤ ਨੇ ਕੀਤਾ, ਮੈਂ ਉਹ ਨਹੀਂ ਦੁਹਰਾਉਣ ਲੱਗੀ ਕਿ ਜਿਵੇਂ ਉਹਨੇ ਸਾਰਾ ਕੀਤਾ ਅੰਦਰ, ਜੋ ਉਹਨਾਂ ਦੀ ਅੱਖੀਂ ਵੇਖੇ ਅਗਲੇ ਦਿਨ, ਕਿਉਂਕਿ ਉਹ ਪਹਿਲੇ ਸਨ ਜੋ ਗਏ, ਜਿਵੇਂ ਸਰਕਾਰੀ ਰੋਕਾਂ ਲੱਗੀਆਂ, ਫੌਜ ਦੇ ਪਹਿਰੇ ਲੱਗੇ, ਗਲਤ ਅਫਵਾਹਾਂ ਕੱਢੀਆਂ ਗਈਆਂ, ਸਭ ਕੁਝ ਹੋਇਆ। ਜੀ ਅੰਦਰ ਜੋ ਸ਼ਬਦ ਉਹ ਵਰਤਦੇ ਸਨ, ਕਹਿੰਦੇ ਮੈਂ ਅੱਖੀਂ ਦੇਖਿਆ ਸਰੀਰ ਦੇ ਕੀਮਿਆ ਕੀਤਾ ਹੋਇਆ ਸੀ, ਇਹ ਸ਼ਬਦ ਵਰਤਦੇ ਸਨ। ਯਾਨੀ ਹੌਲ ਪੈਂਦਾ ਸੀ ਸੁਣ ਕੇ ਕਿ ਸਿਰਫ ਇੱਕ ਗੋਲੀ ਨਾ ਮਾਰਨਾ, ਉਹਨੂੰ ਵੱਢਣਾ, ਟੁੱਕਣਾ, ਟੋਟੇ ਮਾਸ ਦੇ ਪਏ ਹੋਣੇ। ਅਤੇ ਫਿਰ ਉਹ ਕਹਿੰਦੇ ਸਨ 1 ਇੰਚ ਥਾਂ ਵੀ ਨਹੀਂ ਸੀ ਜਿੱਥੇ ਕੇਸ ਨਾ ਜ਼ਮੀਨ, ਨਾ ਲਹੂ, ਨਾ ਲਿਬੜੇ ਚਿੰਬੜੇ ਹੋਣ, ਚੁਫੇਰੇ ਚੌਗਿਰਦੇ ਵਿੱਚ ਪਰਿਕਰਮਾ 'ਚ ਦਿਸਦਾ ਸੀ ਘੜੀਸੇ ਹੋਇਆਂ ਦੀਆਂ ਲਾਈਨਾਂ ਕਿ ਭੁੱਬਾਂ ਮਾਰ ਕੇ ਰੋਏ ਸਾਂ ਅਸੀਂ ਦੇਖ ਕੇ ਕਿ ਇੰਨਾ ਜ਼ੁਲਮ, ਇੰਨਾ ਤਸ਼ੱਦਦ। ਅਤੇ ਫਿਰ ਬਹੁਤ ਇੰਪੋਰਟੈਂਟ ਚੀਜ਼ ਮੈਂ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਉੱਥੇ 3 ਲਾਸ਼ਾਂ ਪਰਿਕਰਮਾ 'ਚ ਰੱਖੀਆਂ ਸੀ। ਦੇਖੋ ਇਹ ਦੁਹਰਾਈ ਗਈ ਇਹ ਚੀਜ਼ ਫਿਰ 84 'ਚ, ਇਸ ਕਰਕੇ ਦੱਸਣਾ ਚਾਹੁੰਦੀ ਹਾਂ ਕਿ ਅੱਤਵਾਦੀ ਅਸੀਂ ਹਮੇਸ਼ਾ ਹੀ ਰਹੇ ਹਾਂ। ਜੀ 3 ਲਾਸ਼ਾਂ ਰੱਖੀਆਂ ਸੀ, ਇੱਕ ਮਹੰਤ ਦੇ ਬੰਦੇ ਦੀ, 2 ਸਿੰਘਾਂ ਦੀਆਂ ਸੀ, ਅਤੇ ਜਿਨ੍ਹਾਂ ਦੇ ਨਾਲ ਮਹੰਤ ਨੇ ਹੀ ਆਪਣਾ ਇੱਕ ਹਥਿਆਰ ਰੱਖਤਾ ਸੀ, ਕਿਉਂਕਿ ਇਹਦੇ ਵਿੱਚ ਤਾਂ ਸਾਬਤ ਹੋਇਆ ਕੋਈ ਵੀ ਜਣਾ ਹਥਿਆਰ ਲੈ ਕੇ ਪਹੁੰਚਿਆ ਹੀ ਨਹੀਂ ਸੀ। ਇਹ ਦਿਖਾਉਣ ਨੂੰ ਕਿ ਜਿਹੜੀਆਂ ਅੱਧ ਸੜੀਆਂ ਲਾਸ਼ਾਂ ਜੋ ਵੀ ਉੱਥੇ ਹਾਲ ਸੀ, ਜੋ ਕਿ ਅਗਲੇ ਦਿਨ ਤੱਕ ਧੂ ਧੂ ਕਰਕੇ ਬਲਦੀਆਂ ਉਹਨਾਂ ਨੇ ਆਪ ਵੇਖੀਆਂ, ਜਿਹਦੇ 'ਚ ਇੱਕ ਦਿਨ ਪਹਿਲਾਂ 1.5 ਘੰਟਾ ਅੰਦਰ ਜਦੋਂ ਅਜੇ ਅੱਧ ਜਿਉਂਦੇ ਪਏ ਸਨ ਲੋਕ, ਤਾਂ DC ਵੀ ਸੀ ਅਤੇ ਇੰਸਪੈਕਟਰ ਜਨਰਲ ਪੁਲਿਸ ਅੰਦਰ ਖੜ੍ਹਾ ਰਿਹਾ, ਉਹਦੇ ਸਾਹਮਣੇ ਬਲਦੇ ਰਹੇ ਨੇ, ਉਹਨਾਂ ਨੇ ਰੋਕਿਆ ਨਹੀਂ, ਨਾ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਨਾ ਬਾਹਰੋਂ ਕੋਈ ਅੰਦਰ ਆਉਣ ਦਿੱਤਾ। ਇਹ ਸਭ ਕੁਝ ਵਾਪਰਿਆ। ਅਤੇ ਫਿਰ ਵੀ ਅਗਲੇ ਦਿਨ ਜੋ ਅਖਬਾਰ 'ਚ ਖਬਰ ਛਪੀ ਕਿ ਗੁੰਡਿਆਂ ਨੇ ਧਾਵਾ ਬੋਲਣਾ ਸੀ, ਹਥਿਆਰਬੰਦ ਗੁੰਡਿਆਂ ਨੇ, ਜਿਸ ਨੂੰ ਕਿ ਮਹੰਤ ਨੇ ਬੜੀ ਸਫਾਈ ਨਾਲ ਬਿਨਾਂ ਕੋਈ ਜਾਨ ਮਾਲੀ ਨੁਕਸਾਨ ਦੇ ਰੋਕ ਲਿਆ। ਯਾਨੀ ਉਹ ਜਾਨ ਮਾਲ ਨੁਕਸਾਨ ਗਿਣਿਆ ਹੀ ਨਹੀਂ ਸੀ ਗਿਆ ਅਖਬਾਰ ਜੋ ਸਰਕਾਰੀ ਸਨ। ਜੀ ਅਤੇ ਜਿਵੇਂ ਉਹ ਦਿਖਾਉਣ ਨੂੰ ਰੱਖਿਆ ਸੀ ਕਿ ਆਹ ਜੀ ਇਹ ਮਾਰਨ ਆਏ ਸੀ ਜਿਨ੍ਹਾਂ ਕੋਲ ਹੈ ਹੀ ਕੱਖ ਨਹੀਂ ਸੀ। ਅਤੇ ਜਿਵੇਂ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, 7 ਗੋਲੀਆਂ ਵਿੱਚ ਵੱਜੀਆਂ ਹੋਈਆਂ, ਅਤੇ ਜਿਸ ਤਰੀਕੇ ਇਹ ਟਾਲ ਜੋ ਲੱਕੜਾਂ ਦੇ ਸਿਰੇ ਤੱਕ ਭਰੇ, ਅਤੇ ਪੀਪੇ ਦੇ ਪੀਪੇ ਤੇਲ ਦੇ ਕਈ ਕਮਰੇ ਜੋ ਭਰੇ ਪਏ, ਇੱਕ ਫਿਰ ਹੋਇਆ ਸਾਰਾ ਸਰਕਾਰੀ ਹੁਕਮਾਂ ਹੇਠ। ਅਤੇ ਫਿਰ ਉਸ ਦਿਨ ਸਾਰੇ ਦੇ ਸਾਰੇ ਜਿੰਨੇ ਉਸ ਨਾਲ ਥਾਣਾ ਬਿਲਕੁਲ ਜੋ ਕਿ ਸਾਰੇ ਦੇ ਸਾਰੇ ਛੁੱਟੀ ਲੈ ਕੇ ਗਏ ਪੁਲਿਸ ਵਾਲੇ, ਇੱਕ ਵੀ ਮੌਜੂਦ ਨਾ ਹੋਇਆ। ਮੈਂ ਇਸ ਕਰਕੇ ਦੁਹਰਾਈ ਇੰਨੀ ਕੁ ਗੱਲ ਜੋ ਉਹਨਾਂ ਦੇ ਅੱਖੀਂ ਵੇਖੀ ਸੀ ਕਿ ਕਿਵੇਂ ਅਸੀਂ ਉਹ ਥਾਂ ਲਾਲ ਖੂਨ ਨਾਲ ਵੇਖੀ, ਅਤੇ ਕਿਵੇਂ ਗੱਡੀਆਂ ਰੋਕ ਦਿੱਤੀਆਂ ਗਈਆਂ, ਕਿਵੇਂ ਪੁਲਿਸ ਦੇ ਪਹਿਰੇ, ਕਿਵੇਂ ਫੌਜ ਦੇ ਪਹਿਰੇ, ਕਿਵੇਂ ਝੂਠ ਸਾਰਾ ਫੈਲਾਇਆ ਗਿਆ। ਅਤੇ ਉਦੋਂ ਉਹ ਕਹਿੰਦੇ ਸਨ ਕਿ ਇਹ ਸਾਡੇ ਇਤਿਹਾਸ ਨੂੰ ਭੁਲਾਇਆ ਜਾ ਰਿਹਾ ਨਾ, ਇਹਦੇ ਪਿੱਛੇ ਡੂੰਘੀ ਸਾਜ਼ਿਸ਼ ਜੇ, ਇਹੀ ਕਾਰਨ ਜੇ ਫਿਰ ਅਸੀਂ 47 ਭੋਗੀ।
ਤੇ ਮੈਂ ਉਹਨਾਂ ਨਾਲ ਉਦੋਂ ਛੋਟੇ ਹੋਣ ਕਾਰਨ ਖਰੇ ਸਮਝ ਹੀ ਨਹੀਂ ਸੀ, ਨਾ ਸਹਿਮਤ ਵੀ ਹੋਈ ਹੋਵਾਂ। ਮੈਂ ਅੱਜ 1000% ਸਹਿਮਤ ਹਾਂ ਕਿ ਅਸੀਂ ਉਹ ਵੀ ਭੁਲਾਇਆ। ਫਿਰ ਜੈਤੋ ਦਾ ਮੋਰਚਾ, ਫਿਰ ਅਸੀਂ ਯਾਨੀ ਕੋਈ ਇੱਕ ਤਾਂ ਨਹੀਂ, ਜਦੋਂ ਇਹ ਚੀਜ਼ਾਂ ਵਾਪਰੀਆਂ ਕਿ ਛੋਟਾ ਘੱਲੂਘਾਰਾ ਕਿ ਵੱਡਾ ਘੱਲੂਘਾਰਾ 47, ਅਸੀਂ ਹਰ ਵਾਰ ਇਹ ਕਹਿੰਦੇ ਹਾਂ ਕਿ ਗੱਲ ਭੁਲਾ ਦਿੱਤੀ ਜਾਏ, ਅਗਾਂਹ ਤੁਰਦੇ ਹਾਂ, ਜਦ ਕਿ ਦੁਨੀਆ ਭਰ 'ਚ ਯਾਦਗਾਰਾਂ ਬਣਦੀਆਂ ਨੇ। ਉਹਦਾ ਕਾਰਨ ਬੜਾ ਡੂੰਘਾ ਹੁੰਦਾ ਕਿ ਅਗਲੀ ਪੁਸ਼ਤ ਲਹੂ ਗਰਮਾਏ ਅਤੇ ਅਜਿਹੇ ਮੌਕੇ ਲਈ ਮਨੁੱਖੀ ਅਧਿਕਾਰਾਂ ਪ੍ਰਤੀ ਰੌਲਾ ਪਾਉਂਦਿਆਂ ਹੋਇਆਂ, ਆਵਾਜ਼ ਚੁੱਕਦਿਆਂ ਹੋਇਆਂ, ਕਿਸੇ ਵੀ, ਮੈਂ ਗੱਲ ਇਕੱਲੀ ਸਿੱਖਾਂ ਦੀ ਕਾਰੀ ਨਹੀਂ ਰਹੀ, ਕਿ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਕਿਸੇ ਵੀ ਮਨੁੱਖ 'ਤੇ ਇਹੋ ਜਿਹਾ ਜਦੋਂ ਵਰਤਾਰਾ ਹੋਵੇ, ਰੋਕਣ ਲਈ ਪੂਰੀ ਦੁਨੀਆ ਖੜੀ ਹੋਵੇ ਕਿ ਇਹ ਜ਼ੁਲਮ ਹੈ, ਇਹ ਨਹੀਂ ਹੋਣਾ ਚਾਹੀਦਾ। ਪਰ ਅਸੀਂ ਕੁਝ ਵੀ ਆਪਣੇ ਇਤਿਹਾਸਕ ਤੱਥ ਨਹੀਂ ਸਾਂਭੇ। ਨਤੀਜਾ ਜੇ ਅਸੀਂ 84 ਵੀ ਝੱਲੀ ਸੀ। ਹੁਣ ਮੈਨੂੰ ਤੁਸੀਂ ਦੱਸ ਦੇਣਾ ਕਿ 84 ਬਾਰੇ ਗੱਲ ਕਰਦਿਆਂ ਕਿਵੇਂ ਅਸੀਂ ਭੈ ਖਾਂਦੇ ਸੀ। ਫਿਰ ਉਹੀ ਕੁਛ ਅਖਬਾਰਾਂ 'ਚ ਸਭ ਕੁਛ ਉਂਝ ਦਾ ਉਂਝ ਵਾਪਰਿਆ, ਪਰ ਅਸੀਂ ਕਿਉਂ ਉਹ ਸਾਰੀਆਂ ਯਾਦਾਂ, ਸਾਰੀਆਂ ਉਹ ਨਿਸ਼ਾਨੀਆਂ ਭੁਲਾ ਰਹੇ ਹਾਂ, ਜਿਹੜੀਆਂ ਕਿ ਅੱਜ ਹਿਟਲਰ ਦੇ ਮੈਂ ਆਪ ਵੇਖ ਕੇ ਆਈ ਹਾਂ ਕਿ ਕਿਵੇਂ ਉਹਦੇ ਕੀਤੇ ਤਸ਼ੱਦਦ ਦਾ ਇੱਕ ਇੱਕ ਨਿੱਕੀ ਤੋਂ ਨਿੱਕੀ ਚੀਜ਼ ਸਾਂਭੀ ਹੋਈ ਹੈ, ਤਾਂ ਕਿ ਦੇਖ ਕੇ ਤੁਸੀਂ ਤੌਬਾ ਕਰੋ ਕਿ ਇਹੋ ਜਿਹਾ ਦੁਬਾਰਾ ਨਹੀਂ ਵਾਪਰਨਾ ਚਾਹੀਦਾ। ਉਹਦਾ ਮਤਲਬ ਇਹ ਨਹੀਂ ਹੈ ਕਿ ਇਸ ਤੋਂ ਅਗਲੀ ਪੁਸ਼ਤ ਅੱਤਵਾਦੀ ਪੈਦਾ ਹੋਏਗੀ। ਮਤਲਬ ਹੈ ਕਿ ਜੇ ਇੱਦਾਂ ਦਾ ਦੁਬਾਰਾ ਹੱਲਾ ਹੋਏ ਤਾਂ ਅਸੀਂ ਪਹਿਲਾਂ ਤਿਆਰ ਹੋਈਏ, ਨਹੀਂ ਹੋਣਾ ਚਾਹੀਦਾ। ਪਰ ਅਸੀਂ ਉਹ ਲਹੂ ਗਰਮਾਉਣ ਵਾਸਤੇ ਕੁਝ ਛੱਡਿਆ ਹੀ ਨਹੀਂ। ਅੱਜ ਵੀ ਅਸੀਂ ਉਸੇ ਤਰ੍ਹਾਂ ਦੇ, ਸਾਡਾ ਕੋਈ ਜਿਵੇਂ ਫਲਾਣਾ ਧਰਮ ਦਾ ਇੱਕ ਬੰਦਾ ਤਾਂ ਉਹ ਉਸ ਥਾਂ 'ਤੇ ਸ਼ਿਕਾਰ ਬਣ ਜਾਂਦਾ। ਕਿਉਂ? ਕਿਉਂਕਿ ਅਸੀਂ ਇਹ ਯਾਦਗਾਰਾਂ ਨਹੀਂ ਸਾਂਭੀਆਂ ਜਿੱਥੇ ਹਰ ਧਰਮ ਦੇ ਬੰਦੇ ਨੂੰ ਖੁੱਲ੍ਹ ਹੋਵੇ ਕਿ ਭਈ ਅਸੀਂ ਇੱਕ ਰੱਬ ਜੋ ਕਿ ਇੱਕੋ ਹੀ ਹੈ, ਵੱਖਰਾ ਵੱਖਰਾ ਜ਼ਰੀਆ ਹੈ ਉਸ ਨੂੰ ਯਾਦ ਕਰਨ ਦਾ, ਪਰ ਕਿਹੜਾ ਧਰਮ ਮੈਨੂੰ ਦੱਸੋ ਇਹ ਸਿਖਾਉਂਦਾ ਕਿ ਦੂਜੇ ਨੂੰ ਖਤਮ ਕਰਕੇ ਤੂੰ ਹੋਣਾ। ਜਦੋਂ ਤੱਕ ਅਸੀਂ ਉਹ ਡੂੰਘੀ ਗੱਲ ਸਮਝ ਹੀ ਨਹੀਂ ਸਕੇ ਕਿ ਧਰਮ ਤਾਂ ਸਿਰਫ ਸਾਨੂੰ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿਣ ਦਾ ਢੰਗ ਜੇ, ਉਹ ਅਸੀਂ ਆਪ ਹੀ ਕਿਸੇ ਨਾ ਕਿਸੇ, ਦੇਖੋ ਕੋਈ ਥੱਲੇ ਧਰਤੀ 'ਤੇ ਉਤਰਿਆ ਬੰਦਾ ਹੀ ਸੀ ਜਿਹਨੇ ਸ਼ੁਰੂ ਕੀਤਾ ਸੀ ਧਰਮ। ਇਹ ਤਾਂ ਨਹੀਂ ਸੀ ਕਿ ਇਨਸਾਨ ਹੋਵੇ ਹੀ ਨਾ ਤੇ ਧਰਮ ਜ਼ਿੰਦਾ ਰਹਿ ਜਾਏਗਾ, ਤਾਂ ਨਹੀਂ ਹੋ ਸਕਦਾ। ਪਰ ਫਿਰ ਉਹ ਗੱਲ ਅਸੀਂ ਅੱਜ ਵਿਤਕਰੇ ਲਈ ਸਾਨੂੰ ਸਿਆਸਤਦਾਨ ਵਰਤ ਲੈਂਦੇ ਨੇ। ਅੱਜ ਵੀ ਉਸੇ ਤਰ੍ਹਾਂ ਜਿਵੇਂ ਉਦੋਂ ਵਰਤਿਆ ਗਿਆ, ਉਹ ਵੀ ਹੁਣ ਵੀ ਉਸੇ ਤਰ੍ਹਾਂ ਹੀ ਚੱਲੀ ਜਾਂਦਾ। ਕਦੇ ਤਾਂ ਅਸੀਂ ਸਮਝਾਂਗੇ ਕਿ ਅਸੀਂ ਸਾਰੇ ਇੱਕ ਦੂਜੇ ਨਾਲ ਮਿਲ ਕੇ ਰਹਿਣ ਵਾਲੇ ਸਾਂ, ਨਾ ਕਿ ਇੱਕ ਹਰ ਹਰ ਮਹਾਂਦੇਵ ਬੋਲੇਗਾ ਜਾਂ ਇੱਕ ਵਾਹਿਗੁਰੂ ਜੀ ਕਾ ਖਾਲਸਾ ਬੋਲੇਗਾ ਜਾਂ ਇੱਕ ਸਲਾਮ ਅਲੈਕਮ ਕਰ ਰਿਹਾ ਜਾਂ ਅੱਲਾਹੂ ਅਕਬਰ ਕਹਿ ਰਿਹਾ, ਤਾਂ ਉਹ ਭਈ ਆਪਣੇ ਉਹਦੇ ਅੰਦਰ ਦਾ ਜਜ਼ਬਾ ਹੈ ਜਿਹਦੇ ਨਾਲ ਉਹ ਆਪਣੇ ਆਪ ਨੂੰ ਇੱਕ ਹੋਂਦ ਦਰਸਾਉਣ ਦਾ ਯਤਨ ਕਰ ਰਿਹਾ। ਪਰ ਉਹ ਕਦੇ ਕਹਿੰਦਾ ਕਿ ਦੂਜੇ ਧਰਮ ਵਾਲਿਆਂ ਨੂੰ ਖਤਮ ਕਰਕੇ ਤੇਰਾ ਵਜੂਦ ਹੈ, ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਸੋ ਇਹ ਅਸੀਂ ਕਿਤੇ ਭੁੱਲ ਗਏ ਹਾਂ, ਜਿਸ ਸਦਕਾ ਅਸੀਂ ਇਹ ਵਾਰ-ਵਾਰ ਉਸੇ ਸਰਕਲ 'ਚੋਂ ਨਿਕਲੀ ਜਾ ਰਹੇ ਹਾਂ। ਅੱਜ ਵੀ ਕੰਡੇ ਤੁਸੀਂ ਦੇਖੋ ਬੀਜੇ ਜਾ ਰਹੇ ਨੇ। ਤੁਸੀਂ ਦੇਖਿਆ ਕਿਸਾਨੀ ਸੰਘਰਸ਼ 'ਚ ਜੇ ਕਿੱਲਾਂ ਠੁਕੀਆਂ ਨੇ, ਮੈਨੂੰ ਜਾ ਕੇ ਦੱਸਿਓ ਚੀਨ ਦੇ ਬਾਰਡਰ 'ਚ ਹਨ ਕਿ ਨਹੀਂ, ਪਾਕਿਸਤਾਨ ਦੇ ਬਾਰਡਰ 'ਤੇ ਹਨ ਕਿ ਨਹੀਂ, ਤਾਂ ਫਿਰ ਅਸੀਂ ਕੀ ਦੁਹਰਾ ਰਹੇ ਹਾਂ। ਇਹ ਜੇ ਅਸੀਂ ਪਿਛੋਕੜ ਦੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਕੌਮ ਨੂੰ ਖਤਮ ਕਰਨਾ ਹੋਵੇ ਇਤਿਹਾਸ ਦੇ ਨਾਲ ਜੋੜ ਦਿਓ, ਕਿਉਂਕਿ RSS ਦੀ ਗੱਲ ਕਰਦੇ ਹਾਂ, ਉਦੋਂ ਹੀ RSS ਜਨਮ ਲੈ ਕੇ ਉਹ ਆਪਣੀਆਂ ਜਿਹੜੀਆਂ ਸ਼ਾਖਾਵਾਂ ਨੂੰ ਫੈਲਾਉਣ ਦਾ ਯਤਨ ਕਰਦੀ ਆ। ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਜਿਹੜੀਆਂ ਸਿੱਖਾਂ ਦੀਆਂ ਸਰਮੌਰ ਸੰਸਥਾਵਾਂ ਨੇ ਉਹ ਹੋਂਦ ਦੇ ਵਿੱਚ ਆਉਂਦੀਆਂ, ਪਰ ਮੌਜੂਦਾ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ, ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ, ਇਸ ਨੂੰ ਤੁਸੀਂ ਕਿਹੜੇ ਨਜ਼ਰੀਏ ਤੋਂ ਦੇਖਦੇ ਹੋ? ਦੇਖੋ, ਖਡੂਰ ਸਾਹਿਬ ਗਏ ਹੋ ਤੁਸੀਂ? ਜੀ, ਮੈਂ ਆਪ ਜਾ ਕੇ ਆਈ ਹਾਂ। ਉਹਦੇ ਆਸ-ਪਾਸ ਦੇ ਜੇ ਪਿੰਡਾਂ 'ਚ ਝਾਤ ਮਾਰੋ, ਜੋ ਕਿ ਹੁਣ ਤੱਕ ਖਬਰਾਂ ਹੀ ਛਪ ਚੁੱਕੀਆਂ, ਅਤੇ ਉਹਦੇ ਵੱਡੇ ਵੱਡੇ ਬੈਨਰਸ ਸੜਕਾਂ ਦੇ ਕਿਨਾਰੇ 'ਤੇ ਮਿਲਦੇ ਨੇ, ਯਿਸੂ ਮਸੀਹ ਦੇ ਅੱਜ ਆਓ ਅਤੇ ਤੁਹਾਨੂੰ ਅੱਜ ਉਹ ਅਸੀਂ ਅਰਦਾਸ 'ਚ ਸ਼ਾਮਲ ਹੋਵੋ। ਬਹੁਤ ਵੱਡੇ ਵੱਡੇ ਬੈਨਰ ਜਿੱਥੇ ਅਸੀਂ ਸਿੱਖੀ ਦਾ ਧੁਰਾ ਇੱਕ ਤਰੀਕੇ ਗਿਣਦੇ ਹਾਂ, ਅਤੇ ਉਹਦੇ ਆਲੇ ਦੁਆਲੇ ਦੇ 13 ਪਿੰਡ, ਇੱਕ ਅੱਧ ਵੀ ਨਹੀਂ 13 ਪਿੰਡ ਪਿੰਡ ਪੂਰੇ ਦੇ ਪੂਰੇ ਕ੍ਰਿਸਚਨ ਤਬਦੀਲ ਹੋਏ ਨੇ। ਮੈਂ ਇੱਕ ਬੜੀ ਸਪਸ਼ਟ ਕਹਿ ਦਿਆਂ, ਮੈਂ ਕ੍ਰਿਸਚੈਨਿਟੀ ਦੇ ਵਿਰੁੱਧ ਨਹੀਂ ਹਾਂ, ਮੈਂ ਕਿਸੇ ਵੀ ਧਰਮ ਦੇ ਵਿਰੁੱਧ ਨਹੀਂ ਹਾਂ, ਕਿਉਂਕਿ ਇਹ ਵਿਰਲਾ ਹੀ ਕੰਮ ਹੋਇਆ ਨਾ ਕਿ ਮੇਰੇ ਆਪਣੇ ਅੰਦਰ ਮੈਂ ਮੰਨਦੀ ਹਾਂ 2 ਕਿਸਮਾਂ ਦਾ ਖੂਨ ਹੈ। ਕਿ ਮੇਰੇ ਨਾਨਾ ਜੀ ਹਿੰਦੂ ਧਰਮ 'ਚ ਪੈਦਾ ਹੋਏ ਸਨ, ਉਹਨਾਂ ਦੇ ਅਜੇ ਵੀ ਰਿਸ਼ਤੇਦਾਰੀ ਕੁਝ ਹੈ ਜੋ
ਹਿੰਦੂ ਵਾਲੇ ਪਾਸੇ ਹੀ ਨੇ ਤੇ ਉਹ ਮੇਰੇ ਹੀ ਖੂਨ ਦੇ ਹਿੱਸੇ ਨੇ। ਜੀ ਸੋ ਮੇਰੇ 'ਚ ਤਾਂ ਅੱਧਾ ਅੱਧਾ ਵੰਡ ਲਓ ਕਿ ਅੱਧਾ ਸਿੱਖੀ ਅੱਧਾ ਹਿੰਦੂ ਖੂਨ ਹੈ। ਸੋ ਮੈਂ ਕਿਵੇਂ ਕਿਸੇ ਹੋਰ ਧਰਮ ਨੂੰ ਮਾੜਾ ਕਹਿ ਸਕਦੀ ਹਾਂ। ਮੇਰੀਆਂ ਬਹੁਤ ਪਿਆਰੀਆਂ ਸਹੇਲੀਆਂ ਈਸਾਈ ਨੇ, ਮੈਂ ਬਾਹਰ ਵੀ ਜਾ ਕੇ ਆਈ ਹਾਂ, ਅਤੇ ਮੈਨੂੰ ਜੇ ਅੱਜ ਬੜੀ ਬਹੁਤ ਸ਼ੁਕਰ ਕਰਦੀ ਹਾਂ ਰੱਬ ਦਾ ਕਿ ਜੇ ਯਾਨੀ ਮੇਰੇ ਕੋਲ ਕੋਈ ਮੁਸਲਮਾਨ ਮੇਰੇ ਵੀਰ ਆ ਕੇ ਤੇ ਮੈਨੂੰ ਕੁਰਾਨ ਤੱਕ ਦੇ ਕੇ ਗਏ ਸੁਗਾਤ ਵਜੋਂ ਕਿ ਤੇ ਉਹ ਮੇਰੇ ਲਈ ਉਨੀ ਹੀ ਪਵਿੱਤਰ ਹੈ, ਉਨੀ ਮੁਕੱਦਸ ਹੈ ਜਿੰਨੀ ਮੈਨੂੰ ਆਪਣੇ ਧਰਮ ਦੇ ਪ੍ਰਤੀ ਹੈ। ਸੋ ਮੇਰਾ ਮਤਲਬ ਹੈ ਕਿ ਜੇ ਇੱਕ ਮੁਸਲਮਾਨ ਵੀਰ ਵੀ ਮੈਨੂੰ ਆਪਣੀ ਭੈਣ ਕਹਿ ਦਿੰਦਾ, ਇੱਕ ਈਸਾਈ ਵੀਰ ਵੀ ਮੈਨੂੰ ਭੈਣ ਕਹਿ ਦਿੰਦਾ, ਤਾਂ ਮੈਂ ਧਰਮਾਂ 'ਚ ਵੱਖ ਨਹੀਂ ਗਿਣਦੀ। ਪਰ ਇੱਕ ਵੱਡਾ ਸਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਕਿਉਂ ਗਈ ਸੀ ਕਿ ਸਿੱਖੀ ਸੋਚ, ਕਿਉਂਕਿ ਦੇਖੋ ਕਿਸੇ ਵੀ ਕੌਮ ਨੇ ਅਗਾਂਹ ਤੁਰਨਾ ਹੁੰਦਾ ਉਹਦੇ ਕੋਲ ਦੋ ਚੀਜ਼ਾਂ ਹੁੰਦੀਆਂ ਜੀ। ਇੱਕ ਹੁੰਦਾ ਜਿਵੇਂ ਹੁਣ ਕਿਸੇ ਮੁਲਕ ਨੂੰ ਵੀ ਦੇਖੀਏ ਕਿ ਉਹਨਾਂ ਕੋਲ ਇੱਕ ਫੌਜੀ ਅਦਾਰਾ ਹੋਣਾ ਚਾਹੀਦਾ ਜਿਸ ਨੇ ਉਹਨੂੰ ਪ੍ਰੋਟੈਕਸ਼ਨ ਦੇਣੀ ਹੈ ਕਿ ਇਹ ਵੱਖਰਾ ਇਹਨਾਂ ਦਾ ਰੋਲ ਹੈ। ਫਿਰ ਦੂਜਾ ਪਾਸਾ ਹੁੰਦਾ ਜਿਹੜਾ ਇੱਕ ਐਜੂਕੇਸ਼ਨ ਦੇਣ ਵਾਲਾ ਤੁਹਾਡਾ ਪੱਖ, ਜਿਹੜਾ ਇੱਕ ਵੱਖਰਾ ਰੋਲ ਅਦਾ ਕਰ ਰਿਹਾ ਹੁੰਦਾ ਇਸੇ ਤਰ੍ਹਾਂ ਇੱਕ ਤੀਜਾ ਪੱਖ ਜਿਹੜਾ ਧਰਮ ਦੀਆਂ ਵਲਗਣਾਂ ਨਾਲ ਜੋੜ ਕੇ ਸੇਧ ਦੇਣ ਦਾ ਇੱਕ ਰਾਹ ਦਸੇਰਾ ਤੁਹਾਡੇ ਲਈ ਬਣਦਾ। ਹੁਣ ਉਸ ਪੱਖੋਂ ਯਾਨੀ ਇੱਕ ਸੰਪੂਰਨ ਸ਼ਖਸੀਅਤ ਉਗਾੜਨ ਲਈ ਤੇ ਉਸ ਥਾਂ ਦੀ ਸੁਰੱਖਿਆ ਲਈ ਵੀ ਇਹ ਸਾਰੀਆਂ ਚੀਜ਼ਾਂ ਦੀ ਲੋੜ ਹੈ ਜੀ। ਹੁਣ ਜਿਸ ਥਾਂ ਤੇ ਅਸੀਂ ਕਹੀਏ ਜੀ ਇੱਕ ਤਾਂ ਵੀ ਸਾਡੀ ਇਹ ਗੁਰੂ ਕੀ ਫੌਜ ਤਿਆਰ ਹੈ, ਜਿਹਨੂੰ ਇਹ ਰਾਹ ਦਿਖਾਇਆ ਗਿਆ ਕਿ ਭਾਈ ਤੇਰਾ ਕੰਮ ਹੈ ਸਰਬੱਤ ਦੇ ਭਲੇ ਦਾ, ਕਿਸੇ ਤੇ ਵੀ ਹੁੰਦੀ ਹਿੰਸਾ ਤੇਰਾ ਕੰਮ ਹੈ ਆਪਣਾ ਆਪ ਵਾਰ ਦੇਣਾ, ਤੂੰ ਬਚਾਉਣਾ ਜੀ। ਇਹ ਉਹਦਾ ਰੋਲ ਹੈ, ਬਖੂਬੀ ਅਦਾ ਕਰ ਰਿਹਾ। ਮੇਰਾ ਖਿਆਲ ਹੈ ਦੁਨੀਆ ਦਾ ਹਰ, ਮੈਂ ਤਾਂ ਇਹੀ ਮੰਨਦੀ ਹਾਂ ਕਿ ਜਿੱਥੇ ਕਿਤੇ ਕੋਈ ਸਿੱਖੀ ਸੋਚ ਨਾਲ ਜੁੜਿਆ, ਭਾਵੇਂ ਉਹ ਸਿੱਖ ਵੀ ਹੈ ਜਾਂ ਨਹੀਂ, ਪਰ ਜੇ ਉਹ ਮੰਨਦਾ ਕਿ ਮੈਂ ਗੁਰੂ ਨਾਨਕ ਸਾਹਿਬ ਦੀ ਸੋਚ ਨਾਲ ਜੁੜਿਆ, ਉਹ ਇਹੀ ਸੋਚ ਨਾਲ ਹੋਏਗਾ। ਕਿਤੇ ਵੀ ਕੋਈ ਜ਼ੁਲਮ ਹੁੰਦਾ ਤੇ ਉਹ ਖੜਾ ਹੋਏਗਾ ਕਿ ਮੈਂ ਇਹ ਨਹੀਂ ਹੋਣ ਦੇਣਾ। ਐਗਜ਼ੈਕਟਲੀ ਉਂਝ ਜਿਹੜਾ ਇੱਕ ਵਰਗ ਜਿਸ ਨੇ ਕਿ ਐਜੂਕੇਸ਼ਨ ਦੇਣੀ ਹੈ, ਜਿਸ ਨੇ ਕਿ ਬੱਚੇ ਨੂੰ ਪਿਛਾਂ ਦੇ ਨਾਲ ਮੌਜੂਦਾ ਹਾਣੀ ਬਣਾਉਣਾ ਹੈ ਕਿ ਹੁਣ ਅਗਾਂਹ ਤੁਰਨਾ, ਜੋ ਉਸ ਸਮੇਂ ਨੂੰ ਅੱਜ ਦੇ ਦਿਨ ਲਈ ਕਿਵੇਂ ਤੋਰਨਾ, ਜਿੱਥੇ ਵਿਗਿਆਨਿਕ ਤਰੱਕੀ ਹੋ ਚੁੱਕੀ, ਯਾਨੀ ਉਹ ਇੱਕ ਸੁਮੇਲ ਬਣਦੇ ਨੇ, ਇੱਕ ਪੁਲ ਬਣਾਉਂਦੇ ਨੇ ਪਿੱਛੇ ਨੂੰ ਅੱਜ ਤੱਕ ਤੋਰਨ ਲਈ ਤੇ ਉਹਨੂੰ ਅਗਾਂਹ ਜਿਉਂਦਾ ਰੱਖਣ ਲਈ। ਹੁਣ ਜਿੱਥੇ ਤੱਕ ਰਹਿ ਗਿਆ ਕਿ ਤੁਸੀਂ ਧਾਰਮਿਕ ਸੋਚ ਅਗਾਂਹ ਤੋਰਨੀ ਸਾਡਾ ਧਰਮ ਇੱਕ ਵੱਖ ਇਸ ਕਰਕੇ ਗਿਣਦੀ ਹਾਂ ਜਿਹਦੇ ਵਿੱਚ ਇੱਕ ਧਰਮ ਤੱਕ ਸੀਮਤ ਨਹੀਂ ਰੱਖਿਆ ਜਾਂਦਾ, ਸਮੁੱਚੀ ਲੋਕਾਈ ਜਿਸ 'ਚ ਸ਼ਾਮਲ ਹੋ ਜਾਂਦੀ ਹੈ। ਹੁਣ ਉਸ ਵਿੱਚ ਕਿਉਂਕਿ ਇਸ ਧਰਮ ਵਿੱਚ ਉਦੋਂ ਵੀ ਜੇ ਆਪਾਂ ਧਿਆਨ ਕਰੀਏ ਗੁਰੂ ਨਾਨਕ ਸਾਹਿਬ ਵੇਲੇ ਸਿੱਖ ਵੀ ਵਿੱਚ ਜਦੋਂ ਨਹੀਂ ਸਨ, ਦਾ ਮਤਲਬ ਹੈ ਉਦੋਂ ਹਿੰਦੂ ਧਰਮ ਵਿੱਚੋਂ, ਮੁਸਲਮਾਨ ਧਰਮ ਵਿੱਚੋਂ ਲੋਕ ਤੇ ਬਹੁਤ ਜਿਹੜੇ ਨੀਵਿਆਂ ਤੋਂ ਅੱਤ ਨੀਵੇਂ ਕਹਿ ਕੇ ਦੁਰਕਾਰ ਦਿੱਤੇ ਗਏ ਸਨ, ਉਹ ਸ਼ਾਮਲ ਹੋਏ ਸਨ ਹੱਕਾਂ ਲਈ ਜਾਗ੍ਰਿਤੀ ਸਦਕਾ। ਇਹੋ ਗੱਲ ਸੀ ਵੀ ਤੁਸੀਂ ਧਾਰਮਿਕ ਪਖੰਡਾਂ 'ਚੋਂ ਨਿਕਲੋ ਤੇ ਪਛਾਣੋ ਕਿ ਅਸਲ ਰੱਬ ਕੀ ਹੈ, ਤੇ ਫਿਰ ਤੁਸੀਂ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਸਿੱਖੋ ਤੇ ਗਲਤ ਨੂੰ ਗਲਤ ਕਹੋ, ਭਾਈ ਬਾਬਰ ਤੂੰ ਜਾਬਰ ਹੀ ਹੈ। ਉਸ ਸੋਚ ਦਾ ਮਤਲਬ ਸੀ ਕਿ ਉਸ ਧਰਮ ਨੂੰ ਫੈਲਾਉਣ ਦਾ ਮਤਲਬ ਸੀ ਕਿ ਉਸ ਧਰਮ ਵਿਚਲਾ ਪਹਿਲੀ ਚੀਜ਼ ਮਾਇਆ ਦੇ ਮੋਹ ਨੂੰ ਤਿਆਗੋ, ਦੂਜੀ ਚੀਜ਼ ਕਿ ਉਸ ਸੋਚ ਨੂੰ ਅਗਾਂਹ ਲੈ ਕੇ ਆਉਣਾ ਜਿਸ ਵਿੱਚ ਔਰਤ ਦਾ ਬੜਾ ਮਜ਼ਬੂਤ ਰੁਤਬਾ ਬਣਾ ਕੇ ਪੇਸ਼ ਕੀਤਾ ਗਿਆ ਸੀ। ਜੇ ਅਸੀਂ ਅੱਜ ਸੋਚੀਏ ਤਾਂ ਖਿਮਾ ਕਰਿਓ ਕਿ ਉਸ ਥਾਂ 'ਤੇ ਔਰਤ ਸਾਡੇ ਅੱਜ ਉਹ ਮੁਕੱਦਸ ਥਾਂ ਸਾਡੇ ਲਈ ਜਿਹੜਾ ਕਿ ਅਸੀਂ ਹਰਿਮੰਦਰ ਸਾਹਿਬ ਜਿੱਥੇ ਕਿ ਅਸੀਂ ਕਹਿੰਦੇ ਹਾਂ ਉਸ ਦਰਬਾਰ ਸਾਹਿਬ ਵਿੱਚ ਲੋਚਦੇ ਹਾਂ ਜਾਣਾ, ਉਸੇ ਤਰ੍ਹਾਂ ਜਿਵੇਂ ਸਾਡਾ ਇੱਕ ਮੁਸਲਮਾਨ ਵੀਰ ਮੱਕਾ ਜਾਂ ਮਦੀਨਾ ਜਾਣਾ, ਸਾਡਾ ਤਾਂ ਉੱਥੇ ਤੱਕ ਹੀ ਜਾ ਕੇ ਯਾਨੀ ਪੂਰਾ ਹੋ ਜਾਂਦਾ ਸਾਰਾ ਕੁਝ ਕਿ ਜ਼ਿੰਦਗੀ ਪੂਰੀ ਹੋ ਗਈ। ਪਰ ਉੱਥੇ ਇੱਕ ਔਰਤ ਕੀਰਤਨ ਨਹੀਂ ਕਰ ਸਕਦੀ, ਜੋ ਕਿ ਗੁਰੂ ਸਾਹਿਬ ਨੇ ਉਹਨਾਂ ਸਮਿਆਂ ਵਿੱਚ ਕਿਹਾ ਸੀ ਕੀਰਤਨ ਕਰ ਸਕਦੀ ਹੈ। ਅਸੀਂ ਉਸ ਤੋਂ ਵੀ ਇਨਕਾਰੀ ਹੋ ਗਏ। ਜੋ ਮੈਂ ਸ਼ਬਦ ਅਖੀਰ 'ਚ ਵਰਤਾਂਗੀ, ਤੁਸੀਂ ਆਪ ਦੱਸਿਓ ਕਿ ਠੀਕ ਹਨ ਜਾਂ ਨਹੀਂ। ਫਿਰ ਉਹਨਾਂ ਸਮਿਆਂ ਵਿੱਚ ਤੁਹਾਨੂੰ ਯਾਦ ਹੈ ਗੁਰਦੁਆਰਾ ਜਾਂ ਉੱਥੇ ਥੜਾ ਸਾਹਿਬ ਬਣਿਆ ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਅੰਦਰ ਨਹੀਂ ਸੀ ਵੜਨ ਦਿੱਤਾ ਗਿਆ, ਯਾਦ ਹੋਏਗਾ, ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ। ਉਹੀ ਮਹੰਤ ਅਸੀਂ ਫਿਰ ਆਜ਼ਾਦ ਕਰਵਾਉਣ ਲਈ ਫਿਰ ਹੁਣ ਯਾਨੀ ਦੁਬਾਰਾ ਨਨਕਾਣਾ ਸਾਹਿਬ ਵੀ ਹੋਇਆ, ਜਾਂ ਬੜੀ ਵਾਰ ਅਸੀਂ ਇਹੀ ਕੁਛ ਕਰਦੇ ਰਹੇ ਹਾਂ, ਬੇਅਦਬੀਆਂ ਵੀ ਹੋਈਆਂ।
ਮੈਨੂੰ ਸਿਰਫ ਇਹ ਦੱਸਿਓ ਕਿ ਆਜ਼ਾਦ ਕਰਵਾਉਣ ਦਾ ਮਕਸਦ ਸੀ ਕਿ ਉੱਥੇ ਮਾਇਆ ਦੀ ਦੁਰਵਰਤੋਂ ਨਾ ਹੋਏ। ਇਹੋ ਕੁਝ ਹੋ ਰਿਹਾ ਸੀ, ਜੀ। ਮਹਾਨ ਤੇ ਇਹੋ ਕਰ ਰਿਹਾ ਸੀ ਬਿਲਕੁਲ ਨਨਕਾਣਾ ਸਾਹਿਬ 'ਚ। ਸਵਾਲ ਇਹ ਹੈ ਕਿ ਕੀ ਅੱਜ ਮਾਇਆ ਦੀ ਦੁਰਵਰਤੋਂ ਤਾਂ ਨਹੀਂ ਹੋ ਰਹੀ? ਕਿ ਧਾਰਮਿਕ ਪਖੰਡਾਂ ਹੇਠ ਅਸੀਂ ਆਪਣੇ ਗਰੀਬ ਲੋਕਾਂ ਦੀ ਜੋ ਸੇਵਾ ਵਾਸਤੇ ਇਹ ਧਰਮ, ਜਿੱਥੇ 20 ਰੁਪਏ ਦਾ ਲੰਗਰ ਉਹ ਚਲਾਇਆ, ਕਿ ਉਹਦੇ ਵਿੱਚ ਅਸੀਂ ਪੰਗਤ ਛੱਡ ਕੇ ਕੁਝ ਸਿਲੈਕਟਿਵ ਬੰਦਿਆਂ ਨੂੰ ਕੁਰਸੀਆਂ ਤੇ ਢਾ ਕੇ ਵੱਖ ਬਿਠਾ ਦਿੰਦੇ ਹਾਂ, ਉਸੇ ਹੀ ਲੰਗਰ 'ਚੋਂ ਵੱਖ ਜੀ। ਕਰਨਾ ਸ਼ੁਰੂ ਤਾਂ ਨਹੀਂ ਕਰ ਦਿੱਤਾ? ਬਿਲਕੁਲ ਕਿ ਅਸੀਂ ਉਸ ਥਾਂ ਦਾ ਜੋ ਵਿਤਕਰਾ ਸੀ ਕਿ ਧਾਰਮਿਕ ਸੋਚ ਫੈਲਾਉਣੀ ਜਾਂ ਧਰਮ ਦਾ ਪਸਾਰ ਕਰਨਾ, ਜਿਹਦਾ ਮਤਲਬ ਸੀ ਕਿ ਸਾਡੇ ਧਰਮ ਬਾਰੇ ਇੱਕ ਜੈਪਨੀਜ਼ ਵੀ ਜਾਣੇ, ਇੱਕ ਚੀਨੀ ਵੀ ਜਾਣੇ, ਰੂਸੀ ਵੀ ਜਾਣੇ ਕਿ ਜੀ। ਕੀ ਹੈ, ਕਿ ਅਸੀਂ ਇੰਨੀਆਂ ਜ਼ਬਾਨਾਂ 'ਚ ਤਰਜਮਾ ਕਰਕੇ ਆਪਣੇ ਧਰਮ ਬਾਰੇ ਜਾਣਕਾਰੀ ਦੇ ਸਕੇ ਕਿ ਅੱਜ ਵੀ ਵੱਖੋ ਵੱਖਰੇ ਮੁਲਕਾਂ 'ਚ ਸਾਡੇ ਲੋਕ ਦਸਤਾਰ ਸਦਕਾ ਬੇਅਦਬੀ ਸਹਿ ਰਹੇ ਨੇ, ਉਹਨਾਂ ਦੀ ਬੇਇੱਜ਼ਤੀ ਹੁੰਦੀ ਜੇ, ਤੇ ਫਿਰ ਅਜੇ ਵੀ ਅਸੀਂ ਉਹੀ ਲੜਾਈ ਲੜ ਰਹੇ ਹਾਂ ਕਿ ਅਸੀਂ ਦਸਤਾਰ ਪਹਿਨ ਕੇ ਫੋਟੋ ਖਿਚਵਾਉਣ ਜੋਗੇ ਨਹੀਂ। ਅਜੇ ਵੀ ਫਰਾਂਸ ਵਿੱਚ ਉਹ ਕੁਛ ਲੜਾਈ ਜੰਗ ਤੁਰੀ ਜਾ ਰਹੀ ਹੈ। ਜੀ। ਆਪਣੀ ਆਈਡੈਂਟੀਟੀ ਕ੍ਰਾਈਸਿਸ ਸਾਡਾ ਅਜੇ ਨਹੀਂ ਸੰਭਲਿਆ ਕਿ ਉਹਦੇ ਵਿੱਚ ਬਖੂਬੀ ਰੋਲ ਇਸੇ ਸੰਸਥਾ ਵੱਲੋਂ ਕੀਤਾ ਗਿਆ ਜਾਂ ਨਹੀਂ। ਫਿਰ ਇੱਕ ਵੱਡੀ ਗੱਲ ਜੇ ਜ਼ਬਾਨ ਦੀ, ਜੇ ਸਾਡੇ ਕੋਲ ਗੁਰੂਆਂ ਪੀਰਾਂ ਦੀ ਜ਼ਬਾਨ ਹੀ ਚਲੀ ਗਈ, ਮੈਨੂੰ ਦੱਸੋ ਕੱਲ੍ਹ ਨੂੰ ਤੁਹਾਡੇ ਪੜਪੋਤਰੇ, ਉਹਨਾਂ ਨੂੰ ਦੱਸਿਆ ਜਾਵੇ ਵੀ ਭਾਈ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਇੱਥੇ ਤਾਂ ਹਨੂੰਮਾਨ ਚਾਲੀਸਾ ਦਾ ਪਾਠ ਲਿਖਿਆ ਹੋਇਆ, ਤਾਂ ਮੈਨੂੰ ਦੱਸ ਦਿਓ ਜਿਸ ਨੂੰ ਪੰਜਾਬੀ ਪੜ੍ਹਨੀ ਹੋਈ ਨਹੀਂ ਆਉਂਦੀ ਉਹ ਕੀ ਮੰਨੇਗਾ ਵੀ ਕੀ ਲਿਖਿਆ ਉਹਦੇ ਲਈ? ਨਾ ਇੱਲ ਦਾ ਨਾ ਕੋਕੋ ਵੀ ਇਹਦੇ 'ਚ ਲਿਖਿਆ ਕੀ ਹੈ। ਤਾਂ ਸਾਡੀ ਉਸ ਜ਼ਬਾਨ ਨੂੰ ਸੰਭਾਲਣ ਦਾ ਮਤਲਬ ਸੀ ਕਿ ਇੱਕ ਵਰਲਡ ਕਲਾਸ ਸਕੂਲਸ ਪੂਰੇ ਪੰਜਾਬ ਵਿੱਚ ਫੈਲੇ ਹੁੰਦੇ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਫਤ ਵਿੱਦਿਆ ਹੁੰਦੀ, ਕਿ ਜੋ ਕਿ ਕ੍ਰਿਸਚੈਨਿਟੀ ਦੇ ਵਿੱਚ ਹੈ ਕਿ ਉਹ ਸਗੋਂ ਗਰੀਬਾਂ ਨੂੰ ਮੁਫਤ ਪੜ੍ਹਾ ਰਹੇ ਨੇ, ਤੇ ਵਰਲਡ ਕਲਾਸ ਲੈਵਲ ਦੀ ਜੋ ਐਜੂਕੇਸ਼ਨ ਕਿ ਉਸ ਜ਼ਬਾਨ ਵਿੱਚ ਹੋਵੇ। ਕੀ ਇਹ ਹੈ ਕਿ ਸਾਰਾ ਪੂਰਾ ਹਰ ਪੰਜਾਬੀ ਦੌੜਿਆ ਫਿਰਦਾ ਅੰਗਰੇਜ਼ੀ ਹੀ ਸਿੱਖਣੀ ਹੈ, ਪੰਜਾਬੀ ਮਿੱਧ ਕੇ। ਫਿਰ ਆਉਂਦਾ ਜੇ ਕਿ ਕੀ ਅਸੀਂ ਇੰਨੇ ਵਧੀਆ ਪ੍ਰਚਾਰਕ ਤਿਆਰ ਕਰ ਸਕੇ ਜੋ ਕਿ ਹੋਰ ਥਾਵਾਂ 'ਤੇ ਹੋਰ ਮੁਲਕਾਂ 'ਚ ਜਾ ਕੇ ਉਹਨਾਂ ਨੂੰ ਵੀ ਇਸ ਧਰਮ ਵਿਚਲੀ ਜੋ ਕਿ ਨਿੱਘ ਜਾਂ ਸਾਂਝ ਗੰਢਣ ਦਾ ਢੰਗ, ਉਹਦੇ ਪ੍ਰਤੀ ਉਹਨਾਂ ਦੀ ਖਿੱਚ ਹੋਵੇ ਕਿ ਅਸੀਂ ਇਹਦੇ ਲਈ ਰਿਸਰਚ ਕਰਨੀ ਹੈ। ਉਸ ਪੱਧਰ ਦਾ ਕੋਈ ਰਿਸਰਚ ਪ੍ਰੋਜੈਕਟ, ਕੋਈ ਉਸ ਹਾਈ ਲੈਵਲ ਦੀ ਯੂਨੀਵਰਸਿਟੀ ਜਿੱਥੇ ਬਾਹਰੋਂ ਵੱਡੀ ਗਿਣਤੀ ਹੋਰ ਮੁਲਕਾਂ 'ਚੋਂ ਲੋਕ ਆ ਕੇ ਰਿਸਰਚ ਕਰਨਾ ਚਾਹੁੰਦੇ ਹੋਣ, ਕੋਈ ਤਿਆਰ ਕਰ ਸਕੇ। ਫਿਰ ਸਾਡੇ ਪ੍ਰਚਾਰਕ ਕੀ ਅੱਜ ਵੀ ਜੋ ਕਿ ਉਨੀ ਨਿੱਠ ਕੇ ਕੰਮ ਕਰ ਰਹੇ ਨੇ, ਜਿਹੜੇ ਅੱਜ ਜਿਨ੍ਹਾਂ ਨੂੰ 2-2 ਹਜ਼ਾਰ ਦੀ ਤਨਖਾਹ ਜਾਂ 4-4 ਹਜ਼ਾਰ ਦੀ ਤਨਖਾਹ 'ਤੇ ਮਜਬੂਰ ਕੀਤਾ ਪਿਆ, ਜੋ ਕਿ ਇਹ ਧਰਮ ਨੂੰ ਇੱਕ ਮਜਬੂਰੀ ਵਸ ਵੀ ਰੋਟੀ ਦਾ ਜੁਗਾੜ ਬਣਾਉਣਾ ਉਸ ਪਾਸੇ ਨੇ, ਜਾਂ ਨਿੱਠ ਕੇ ਕੰਮ ਕਰਨ ਲਈ ਤਿਆਰ ਨੇ ਵੀ ਭਾਈ ਸਾਹਿਬ ਤੁਸੀਂ ਉਹ ਫਿਕਰ ਛੱਡੋ, ਤੁਹਾਡਾ ਘਰ-ਬਾਰ ਸੰਭਲਿਆ, ਤੁਸੀਂ ਆਪਣਾ ਕੰਮ ਕਰੋ। ਬਿਲਕੁਲ। ਜੇ ਨਹੀਂ ਤਾਂ ਮੈਂ ਤਾਂ ਇੰਨੀਆਂ ਕੀ ਗੱਲਾਂ ਤੇ ਦੱਸਦੀ ਹਾਂ ਵੀ ਫਿਰ ਕਿ ਅਸੀਂ ਵਾਪਸ ਧਾਰਮਿਕ ਪਖੰਡਾਂ 'ਤੇ ਤਾਂ ਨਹੀਂ ਇਕੱਠੇ ਹੋ ਗਏ ਕਿ ਬਸ ਸਿਰਫ ਪੈਸੇ ਹੀ ਇਕੱਠੇ ਕਰਨੇ ਨੇ, ਕਰਾਮਾਤਾਂ ਹੀ ਲੱਭਣੀਆਂ, ਤੇ ਅਸੀਂ ਅਸਲ ਜੋ ਸਾਨੂੰ ਰਾਹ ਦਿਖਾਇਆ ਸੀ ਉਸ ਤੋਂ ਕਿਤੇ ਪਰਾਂ ਲੰਘ ਗਏ। ਜੀ। ਇਹ ਇੱਕ ਅਖੀਰ ਦੇ ਵਿੱਚ ਸਵਾਲ ਹੈ ਕਿ ਤੁਸੀਂ ਵੀ, ਤੁਹਾਨੂੰ ਇੱਕ ਮਾਂ ਨੇ ਤੁਹਾਡੀ ਸੇਵਾ ਸੰਭਾਲ ਕੀਤੀ, ਤੁਸੀਂ ਮਹਾਨ ਬਣੇ, ਤੁਸੀਂ ਵੀ ਅੱਜ ਮਾਂ ਬਣ ਚੁੱਕੇ ਹੋ, ਪਰ ਇਤਿਹਾਸ ਦੇ ਵਿੱਚ ਦੇਖਿਆ ਜਾਵੇ ਤਾਂ ਮਾਂ ਦਾ ਬਹੁਤ ਵੱਡਾ ਰੋਲ ਰਿਹਾ ਹੈ। ਜੇ ਮਾਂ ਆਪਣੇ ਬੱਚੇ ਨੂੰ ਚਾਹੇ ਤਾਂ ਮਹਾਨ ਬਣਾ ਸਕਦੀ ਹੈ। ਕਿ ਅੱਜ ਦੀਆਂ ਮਾਵਾਂ ਨੂੰ ਸੁਨੇਹਾ ਕੀ ਹੈ? ਕਿਉਂਕਿ ਜਿਸ ਤਰ੍ਹਾਂ ਅੱਜ ਦੀ ਨੌਜਵਾਨੀ ਦੇ ਵਿੱਚ ਵਿਗਾੜ ਪੈਦਾ ਹੋ ਰਿਹਾ, ਚਾਹੇ ਉਹ ਨਸ਼ਿਆਂ ਦਾ ਹੋਵੇ, ਚਾਹੇ ਫੈਸ਼ਨ ਦਾ ਹੋਵੇ, ਚਾਹੇ ਇਸ ਤਰ੍ਹਾਂ ਦੇ ਤਮਾਮ ਵਿਗਾੜ ਹੋਣ, ਤੁਸੀਂ ਸੁਨੇਹਾ ਕੀ ਹੈ ਤੁਹਾਡੇ ਦੁਆਰਾ ਜਿਹੜਾ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਖਿਮਾ ਮੰਗਦਿਆਂ ਮੈਂ ਕੱਟਣਾ ਚਾਹੁੰਦੀ, ਮੈਂ ਮਹਾਨ ਕਿਸੇ ਪਾਸਿਓਂ ਵੀ ਨਹੀਂ ਹਾਂ, ਮੈਂ ਬਿਲਕੁਲ ਆਮ ਜੀ ਸਧਾਰਨ ਜੀ ਔਰਤ ਹਾਂ। ਕਿਉਂਕਿ ਜਦੋਂ ਲੋਕ ਤੁਹਾਡੇ ਜੀਵਨ ਵੱਲ ਦੇਖਦੇ ਆ ਤਾਂ ਕਾਫੀ ਕੁਝ ਸਿੱਖਣ ਵਾਸਤੇ ਮਿਲਦਾ ਆ। ਪਰ ਇਹ ਔਕੜਾਂ 'ਚ ਲੰਘਦੇ ਜ਼ਮੀਨ ਨਾਲ ਜੁੜੇ ਅਸੀਂ ਤਾਂ ਉਹੀ ਆਮ ਜੇ ਬੰਦੇ ਹਾਂ। ਪਰ ਮੈਂ ਮਾਂ ਦਾ ਰੋਲ ਬਹੁਤ ਜ਼ਿਆਦਾ ਤਗੜਾ ਗਿਣਦੀ ਹਾਂ। ਦੇਖੋ, ਜੋ 20 ਹੱਡੀਆਂ ਟੁੱਟਣ ਜਿੰਨੀ ਦਰਦ ਇੱਕੋ ਸਮੇਂ ਸਹਿ ਕੇ ਬੱਚਾ ਜੰਮ ਸਕਦੀ ਹੈ, 9 ਮਹੀਨੇ ਉਹਨੂੰ ਲਹੂ ਨਾਲ ਪਾਲ ਸਕਦੀ ਹੈ, ਫਿਰ ਆਪਣਾ ਹੀ ਦੁੱਧ ਪਿਆ ਕੇ ਉਹਨੂੰ ਜਵਾਨ ਕਰ ਸਕਦੀ ਹੈ, ਫਿਰ ਉਹਦੇ ਵੱਡੇ ਹੋਣ ਤੱਕ ਸੰਘਣੀ ਛਾਂ ਅਸੀਸਾਂ ਨਾਲ ਬਣਾ ਸਕਦੀ ਹੈ, ਤਾਂ ਫਿਰ ਮੈਨੂੰ ਦੱਸੋ ਕਿ ਉਹ ਇੱਕ ਇਨਸਾਨ ਨੂੰ
ਤਗੜਾ ਇਨਸਾਨ ਤੇ ਪੂਰੇ ਯਾਨੀ ਜਿਸ ਤਰੀਕੇ ਦਾ ਇੱਕ ਸਮਾਜ ਦੇ ਵਿੱਚ ਉਹਨੂੰ ਅਸੀਂ ਆਪਣਾ ਸ਼ੀਸ਼ਾ ਵਿਖਾਉਣਾ ਚਾਹੀਏ ਉਸ ਤਰੀਕੇ ਦਾ ਕਿਉਂ ਨਹੀਂ ਬਣਾ ਸਕਦੀ। ਇਹ ਮਾਂ ਹੱਥੇ ਝਰੀਟ ਲੱਗੀ ਤੇ ਉਹਨੂੰ ਚੀਕ ਚਿੰਗਾੜਾ ਮਚਾ ਦੇਣਾ, ਹਾਏ ਮੇਰਾ ਪੁੱਤਰ ਮਰ ਗਿਆ, ਹਾਏ ਮੇਰੇ ਪਾਸੇ ਗਿਆ, ਜੀ ਜਾਂ ਉਹਨੂੰ ਕਹਿਣਾ ਕਾਕਾ ਪਰਵਾਹ ਨਾ ਕਰ, ਇਹੋ ਜਿਹੀ ਝਰੀਟ ਤਾਂ ਪੈਂਦੀ ਰਹਿੰਦੀ ਹੈ। ਆਖਰ ਮਾਵਾਂ ਹੀ ਸਨ ਜਿਨ੍ਹਾਂ ਨੇ ਨਿਧਾਨ ਸਿੰਘ ਪੰਜ ਹੱਥਾਂ ਤਿਆਰ ਕੀਤਾ, ਜੀ ਮਾਵਾਂ ਹੀ ਸਨ ਜਿਹਨੇ ਨਲੂਆ ਜੰਮਿਆ, ਮਾਵਾਂ ਹੀ ਸਨ ਜਿਨ੍ਹਾਂ ਨੇ ਇਹ ਸਾਰੇ ਯਾਨੀ ਤੁਸੀਂ ਵੇਖੋ ਸਾਡੀ ਕਸੂਰ ਕੀ ਹੁੰਦਾ ਜੇ। ਮੈਂ ਖਿਮਾ ਕਰਿਓ ਮਰਦ ਪ੍ਰਧਾਨ ਸਮਾਜ 'ਤੇ ਇੱਕ ਗੱਲ ਚੁੱਕਣਾ ਚਾਹੁੰਦੀ ਹਾਂ। ਮਾਂ ਗੁਜਰੀ ਨੂੰ ਤੁਸੀਂ ਕੀ ਦਿਖਾਉਂਦੇ ਹੋ? ਹਰ ਵਾਰ ਇੱਕ ਕਮਜ਼ੋਰ ਔਰਤ, ਇਹੀ ਸ਼ੋਅ ਕਰਦੇ ਆ ਤੁਸੀਂ ਬੈਨਰਸ ਦੇਖ ਲਿਓ ਜਿੱਥੇ ਮਰਜ਼ੀ, ਕਿ ਇੱਕ ਕਮਜ਼ੋਰ ਨਿਹੱਥੀ ਅੱਧਾ ਜਿਹਾ ਸਿਰ ਚੁੱਕਿਆ ਤੇ ਵਿਚਾਰਗੀ ਵਿੱਚ ਖੜੀ ਔਰਤ। ਮੈਨੂੰ ਉਸ ਤੋਂ ਮਜ਼ਬੂਤ ਔਰਤ ਦਿਸਦੀ ਨਹੀਂ ਇਤਿਹਾਸ ਵਿੱਚ। 9 ਵਰਿਆਂ ਦਾ ਬਾਲ ਸੀ ਕੋਲ ਤੇ ਚੁਫੇਰੇ ਦੁਸ਼ਮਣ ਸਨ। ਉਸ ਮਾਂ ਕੋਲ ਰਾਹ ਸੀ ਨਾ ਕਿ 9 ਵਰਿਆਂ ਦਾ ਬਾਲ ਬਚਾ ਲਵਾਂ, ਮੇਰਾ ਵੀ ਅੱਗੋਂ ਕੁਲ ਤੁਰ ਪਵੇ, ਵੀ ਮੇਰੇ ਸਿਰ 'ਤੇ ਹੁਣ ਪਤੀ ਦਾ ਸਾਇਆ ਨਹੀਂ, ਤੇ ਮੈਂ ਕਿਸੇ ਹੀ ਵੇਲੇ ਮੈਂ ਵੀ ਗਈ ਤੇ ਕਿਸੇ ਵੇਲੇ ਇਹ ਵੀ ਗਿਆ। ਤੇ ਉਹ ਮਾਂ 9 ਮਹੀਨੇ ਦੇ ਬਾਲ ਨੂੰ ਤਿਆਰ ਕਰਦੀ ਏ, ਕਾਕਾ ਪਰਵਾਹ ਨਾ ਕਰ, ਇਹ ਔਖੇ ਸਮੇਂ ਆਉਂਦੇ ਨੇ, ਤੂੰ ਸਗੋਂ ਉੱਤੇ ਵੇਖ, ਜੀ ਝਾਤ ਮਾਰ ਉੱਪਰ ਵੀ, ਪੁਸ਼ਤ ਪਿੱਛੋਂ ਜੋ ਤੁਰੀ ਆਉਂਦੀ ਏ, ਤੇ ਫਿਰ ਰਾਹ ਦਿਖਾਉਂਦੀ ਏ, ਤੇ ਫਿਰ ਕਿਸ ਤਰੀਕੇ ਦਾ ਮਜ਼ਬੂਤ ਅੱਗੋਂ ਗੁਰੂ ਤਿਆਰ ਕਰਦੀ ਏ ਜਿਸ ਨੇ ਇਤਿਹਾਸ ਸਿਰਜ ਦਿੱਤਾ। 40 ਵਰਿਆਂ ਦੀ ਉਮਰ ਕੀ ਹੁੰਦੀ ਜੇ ਜ਼ਰਾ ਸੋਚ ਕੇ ਵੇਖਿਓ, ਕਿ ਅੱਗੋਂ ਖਾਲਸਾ ਸਿਰਜ ਦੇਣਾ, ਤੇ ਕਿਸ ਤਰੀਕੇ ਦਾ ਖਾਲਸਾ ਸਿਰਜਿਆ। ਤੇ ਉਸ ਸਮੇਂ ਫਿਰ ਜ਼ਰਾ ਇਹ ਦੇਖੋ ਕਿ ਉਹਨਾਂ ਨੇ ਵਾਪਸ ਕੀ ਰੀਪੇ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ 'ਚੋਂ ਜੇ ਕੁਛ ਝਾਤ ਮਾਰਨੀ ਜੇ, ਉਹਨਾਂ ਨੇ ਔਰਤਾਂ ਨੂੰ ਲੜ ਮਰਨ ਲਈ ਤਿਆਰ ਕਰਦਿਆਂ ਇੱਥੇ ਤੱਕ ਹਾਲ ਲਿਆਤਾ, ਬੀਬੀ ਮੈਂ ਸਰਸਾ ਨਦੀ ਪਾਰ ਕਰਨੀ ਹੈ, ਤੂੰ ਸਾਂਭਣਾ ਪਿੱਛੋਂ ਮੁਗਲ ਫੌਜਾਂ ਨੂੰ। ਮੇਰੀ ਹੱਥ ਜੋੜ ਖਿਮਾ ਸਾਰੇ ਸੁਣਨ ਵਾਲਿਆਂ ਨੂੰ ਕਿ ਜੇ ਉਸ ਸਮੇਂ ਬੀਬੀ ਭੀਖਾਂ 11 ਘੰਟੇ ਲੜ ਕੇ ਪੂਰੀ ਉੱਥੇ ਫੌਜ ਨੂੰ ਨਾ ਰੋਕਿਆ ਹੁੰਦਾ ਉਸ ਥਾਂ 'ਤੇ, ਸ਼ਾਇਦ ਗੁਰੂ ਗ੍ਰੰਥ ਸਾਹਿਬ ਵੀ ਸਾਡੇ ਕੋਲ ਨਾ ਹੁੰਦਾ ਅੱਜ, ਸਾਡੇ ਕੋਲ ਤਾਂ ਕੁਝ ਹੋਣਾ ਹੀ ਨਹੀਂ ਸੀ। ਤੇ ਉਹ ਬੀਬੀ ਜੇ 11 ਘੰਟੇ ਉਦੋਂ ਲੜ ਕੇ ਆ ਸਾਰਾ ਕੁਝ ਸਾਨੂੰ ਦੇ ਸਕੀ ਸੀ, ਤਾਂ ਮਾਂ ਗੁਜਰੀ ਉਸ ਸਮੇਂ ਕਿੰਨੀ ਕੁ ਤੁਸੀਂ ਜੋ ਕਮਜ਼ੋਰ ਦਿਖਾ ਰਹੇ ਹੋ, ਮੈਂ ਕਹਿੰਦੀ ਹਾਂ ਉਸ ਸਮੇਂ ਵੀ ਉਹ ਬੀਬੀ ਦੀ ਜੋ ਤਗੜਾ ਉਸ ਸਮੇਂ ਦਾ ਰੋਲ ਦੇਖ ਲਓ ਕਿ ਉਹ ਕਹਿ ਰਹੀ ਹੈ ਵੀ ਮੇਰੇ ਵੱਡੇ ਉੱਥੇ ਗਏ ਪੋਤਰੇ, ਤੁਸੀਂ ਵੀ ਵਾਪਸ ਜਵਾਬ ਦਿਓ ਆਪਣੇ ਦਾਦੇ ਨੂੰ। ਭੁੱਖੀ ਪਾਣੀ ਉਸ ਸਮੇਂ ਉਹ ਸਾਡੀ ਮਾਂ ਜਿਹੜੀ ਉੱਥੇ ਉਹਨਾਂ ਨੂੰ ਕਹਿੰਦੀ ਹੈ ਕਾਕਿਓ ਅਣਖ ਨਹੀਂ ਛੱਡਣੀ, ਜਿਗਰਾ ਚਾਹੀਦਾ ਚੁੰਮ ਕੇ ਭੇਜਣਾ, ਜਾਓ ਕੁਰਬਾਨ ਹੋ ਜਾਓ। ਇਹ ਕੋਈ ਆਮ ਔਰਤ ਕਰ ਸਕਦੀ? ਅਸੀਂ ਕਿਵੇਂ ਕਿਸ ਪਾਸਿਓਂ ਗਿਣਦੇ ਹਾਂ ਕਿ ਕਮਜ਼ੋਰ ਔਰਤ ਹੈ? ਇਹੋ ਜਿਹਾ ਲਹੂ ਸਾਡਾ ਅੱਗੋਂ ਆਇਆ ਸੀ, ਜਿਹੜੇ ਜੈਨੇਟਿਕ ਚੇਂਜ ਆਈ ਹੈ ਕਿ ਬੀਬੀਆਂ ਬਾਲਾਂ ਨੂੰ ਵਡਵਾ ਕੇ ਗਲੇ ਦੁਆਲੇ ਬਣਵਾ ਲੈਂਦੀਆਂ ਨੇ, ਇਹੋ ਜਿਹਾ ਕੋਈ ਆਮ ਗੱਲ ਨਹੀਂ ਹੋਇਆ ਕਰਦੀ। ਤੇ ਅਸੀਂ ਉਸੇ ਔਰਤ ਨੂੰ ਕਿਸ ਹਾਲ 'ਤੇ ਲਿਆ ਧਰਿਆ। ਇਹ ਸਾਡੀ ਧਰਮ ਦੇ ਵਿੱਚ ਜੋ ਨਿਵਾਣ ਇਹ ਪਾਸਾ ਸ਼ੁਰੂ ਹੋਇਆ ਔਰਤ ਜ਼ਾਤ ਪ੍ਰਤੀ, ਕਿ ਉਹਨੂੰ ਨਿੰਦਣਾ, ਵਾਪਸ ਉਸੇ ਥਾਂ 'ਤੇ ਅੰਦਰ ਧੱਕ ਦੇਣਾ, ਉਹਦੀ ਬੋਲਣ ਦੀ ਆਜ਼ਾਦੀ ਖੋਹ ਲੈਣੀ, ਬੜੀ ਮਾੜੀ ਗੱਲ ਜੇ। ਕਿਉਂਕਿ ਜੇ ਔਰਤ ਕਮਜ਼ੋਰ ਹੋ ਗਈ ਇਸ ਧਰਮ ਵਿੱਚ ਸ਼ੇਰ ਨਹੀਂ ਜੇ ਜੰਮ ਸਕਣੇ। ਜੀ ਇਹ ਸਨ ਡਾਕਟਰ ਹਰਸ਼ਿੰਦਰ ਕੌਰ, ਜਿਨ੍ਹਾਂ ਦੇ ਨਾਲ ਅਸੀਂ ਉਹਨਾਂ ਦੀ ਸੰਘਰਸ਼ਮਈ ਜ਼ਿੰਦਗੀ ਬਾਰੇ ਵੀ ਗੱਲਬਾਤ ਕੀਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ तमाम ਸ਼ਖਸੀਅਤਾਂ ਨੂੰ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।